ਦੋਸਤੋ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਆਪਣਾ ਸਾਂਝਾ ਪੰਜਾਬ ਟੀਵੀ ਤੇ ਮੈਂ ਜਗਸੀਰ ਸਿੰਘ ਸੰਧੂ ਹਾਜ਼ਰ ਹਾਂ ਪ੍ਰੋਗਰਾਮ 69 ਲਾਈਵ ਲੈ ਕੇ। ਅੱਜ ਦੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਾਜ਼ਰ ਹੋਏ ਨੇ ਵਿਸ਼ੇਸ਼ ਤੌਰ ਤੇ ਸੀਨੀਅਰ ਪੱਤਰਕਾਰ ਹਰਿੰਦਰਪਾਲ ਨਿੱਕਾ ਜੀ। ਉਹਨਾਂ ਦਾ ਸਭ ਤੋਂ ਪਹਿਲਾਂ ਕਰਦੇ ਹਾਂ ਧੰਨਵਾਦ। ਤੇ ਨਿੱਕਾ ਜੀ, ਸਾਲ 2020 ਸਮਾਪਤ ਹੈ, 2021 ਆ ਗਿਆ। 2020 ਬਰੂਹਾਂ ਤੇ ਖੜਾ ਹੈ। ਹਾਂ, ਬਰੂਹਾਂ ਤੇ ਖੜਾ ਆ ਗਿਆ, ਬਸ ਚੜ੍ਹਨ ਵਾਲਾ ਹੀ ਹੈ। 2 ਦਿਨ ਰਹਿ ਗਏ ਵਿੱਚ, ਇੱਕ ਦਿਨ। 2020 ਦੋਸਤੋ ਬੜਾ ਕੁਝ ਛੱਡ ਗਿਆ, ਜਿਹੜਾ ਇਹ ਜ਼ਿੰਦਗੀ ਭਰ ਯਾਦ ਰਹਿਣ ਵਾਲੀਆਂ ਗੱਲਾਂ, ਜ਼ਿੰਦਗੀ ਭਰ ਨਹੀਂ ਕਹਿ ਸਕਦੇ, ਮੈਨੂੰ ਲੱਗਦਾ ਵੀ ਇਤਿਹਾਸ ਦਾ ਹੀ ਇੱਕ ਹਿੱਸਾ ਬਣ ਨਵਾਂ ਸਿਰਜਿਆ ਗਿਆ। ਹਾਂ, ਇੱਕ ਪਾਰਟ ਇਤਿਹਾਸ ਦਾ ਬਣ ਗਿਆ। ਦੇਖੋ ਜਿਵੇਂ 2020 'ਚ ਕਰੋਨਾ, ਇਹ ਯਾਦ ਹੀ ਰਹੂ, ਇਹ ਸਦੀਆਂ ਤੱਕ ਯਾਦ ਰਹੂ। ਜਿਵੇਂ ਅੱਜ ਵੀ ਕਿਤੇ ਨਾ ਕਿਤੇ ਆਪਣੀ ਗੱਲ ਚੱਲਦੀ ਹੈ, ਪਲੇਗ ਦੀ ਗੱਲ ਚੱਲਦੀ ਹੈ, ਹੈ ਨਾ। ਹਾਂ, ਇਸ ਤਰ੍ਹਾਂ ਕਰੋਨਾ ਦੀ ਗੱਲ ਵੀ ਚੱਲਦੀ ਰਹਿਣੀ ਹੈਗੀ। ਅਤੇ ਇਹਦੇ ਨਾਲ ਮਤਲਬ ਜਿਹੜਾ ਰਾਜਨੀਤਿਕ ਉਥਲ ਪੁਥਲ ਹੋਈ, ਲੋਕ ਲਹਿਰ ਉੱਠੀ ਆ ਜਿਹੜੀ, ਉਹ ਵੀ ਇੱਕ 2020 ਦੇ ਨਾਲ ਜੁੜ ਗਈ ਹੈਗੀ। ਜ਼ਬਰਦਸਤ ਲਹਿਰ ਉੱਠੀ ਹੈ ਇਸ ਤਰ੍ਹਾਂ। ਬਿਲਕੁਲ, ਜਿਹੜੀ ਇਹ ਨਵਾਂ ਇਤਿਹਾਸ ਸਿਰਜੇਗਾ। ਇਤਿਹਾਸ ਨਹੀਂ, ਇਤਿਹਾਸ ਨਵਾਂ ਬਣ ਗਿਆ। ਹਾਂ, ਨਵਾਂ ਇਤਿਹਾਸ ਸਿਰਜਿਆ ਗਿਆ। ਹਾਂ, ਇਤਿਹਾਸ ਦਾ ਪਾਰਟ ਨਹੀਂ, ਇੱਕ ਇਤਿਹਾਸ ਹੀ ਨਵਾਂ ਸਿਰਜਿਆ ਗਿਆ। ਹਾਂ, ਇਹਦੀ ਅੱਜ ਆਪਾਂ ਥੋੜ੍ਹਾ ਬਹੁਤ ਦੇਖੀਏ, ਇਸ ਸਾਲ ਬਾਰੇ ਕਰੀਏ ਚਰਚਾ। ਤਾਂ ਕਿਵੇਂ ਸੋਚਦੇ ਹੋ ਵੀ ਇਹ ਸਾਲ ਦੇ ਵਿੱਚ ਉਤਰਾਅ ਚੜ੍ਹਾਅ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਜੇ ਤਾਂ ਆਪਾਂ ਤੁਸੀਂ ਕਰੋਨਾ ਦੀ ਗੱਲ ਕੀਤੀ ਹੈ, ਕਰੋਨਾ ਦੇ ਪੱਧਰ 'ਤੇ ਵੀ ਭਾਵੇਂ ਬਿਮਾਰੀਆਂ ਨੋਰਮਲ ਤੌਰ 'ਤੇ ਪਹਿਲਾਂ ਵੀ ਕਦੇ ਸਵਾਈਨ ਫਲੂ, ਕਦੇ ਹੋਰ ਇਸ ਤਰ੍ਹਾਂ ਦਾ, ਪਰ ਦੁਨੀਆ ਸਾਰੀ ਦੇ ਵਿੱਚ ਅੱਗੇ ਕੋਈ ਵੱਖ-ਵੱਖ ਦੇਸ਼ਾਂ ਦੇ ਵਿੱਚ ਤਾਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਸੀ। ਹੁਣ ਸਾਰੀ ਦੁਨੀਆ ਹੀ ਜਿਵੇਂ ਸਟਾਪ ਹੋ ਗਿਆ ਸੀ, ਬੰਦ ਹੋ ਗਿਆ ਸੀ। ਲੋਕਾਂ ਨੂੰ ਮਤਲਬ ਇਸ ਤਰ੍ਹਾਂ ਸੀ ਵੀ ਸ਼ਾਇਦ ਇਹ ਦੁਬਾਰੇ ਨੋਰਮਲ ਮਾਹੌਲ ਹੋ ਵੀ ਜਾਊਗਾ ਜਾਂ ਨਹੀਂ। ਜਿਵੇਂ ਆਪਾਂ ਨੂੰ ਕਹਿੰਦੇ ਹੁੰਦੇ ਬਜ਼ੁਰਗ, ਮੇਰੇ ਯਾਦ ਹੁੰਦਾ ਵੀ ਯਾਰ ਦੁਨੀਆ ਵੀ ਕਦੇ ਰੁਕੀ ਹੈ। ਹਾਂ, ਇਹ ਦੁਨੀਆ ਰੁਕੀ ਸੀ। ਹੁਣ ਇਹ 2020 ਰੁਕ ਗਈ ਦੁਨੀਆ। 2020 ਮੈਚ ਵਾਲੀ ਗੱਲ ਹੋ ਗਈ ਵੀ ਇਹ ਇਤਿਹਾਸਕ ਗੱਲ ਬਣ ਗਈ ਵੀ ਦੁਨੀਆ ਕਦੋਂ ਰੁਕੀ ਸੀ। ਜੇ ਪੁੱਛਿਆ ਜਾਇਆ ਕਰੂ ਇਤਿਹਾਸ 'ਚ, ਉਹ 2020 ਯਾਦ ਰਿਹਾ। ਜਦੋਂ ਵੀ ਬੱਸਾਂ, ਟ੍ਰੇਨਾਂ, ਹਵਾਈ ਜਹਾਜ਼, ਹਰ ਚੀਜ਼ ਬੰਦ ਹੋ ਗਈ। ਲੋਕਾਂ ਦਾ ਘਰਾਂ ਦੇ ਵਿੱਚ ਬੰਦ ਹੋ ਗਏ। ਘਰਾਂ ਦੇ ਵਿੱਚ ਬੰਦ ਹੋ ਗਏ। ਜੀ ਜੀ। ਅੱਗੇ ਕੈਦ ਕਿਸੇ ਨੂੰ ਕਿਸੇ ਜੁਰਮ ਕਰਕੇ ਹੁੰਦੀ ਸੀ, ਤਾਂ ਬਿਨਾਂ ਜੁਰਮ ਤੋਂ ਲੋਕਾਂ ਨੂੰ ਕੈਦ ਹੋ ਗਈ, ਘਰੋਂ ਘਰੀ। ਇਹ ਵੀ ਨਹੀਂ ਲੱਗਦਾ ਹੈਗਾ ਵੀ ਪ੍ਰਮਾਤਮਾ ਨੇ ਜਿਹੜਾ ਇਹ 2020 'ਚ ਬੰਦੇ ਨੂੰ ਉਹਦੀ ਔਕਾਤ ਦਿਖਾਤੀ ਵੀ ਤੂੰ ਕਿੰਨੀ ਔਕਾਤ ਦਾ ਮਾਲਕ ਹੈ। ਜਿੰਨੇ ਮਰਜ਼ੀ ਦੇਖੋ, ਸਾਇੰਸ ਦਾ ਯੁੱਗ ਸੀ, ਕਿਹਾ ਜਾਂਦਾ ਵੀ ਹਰ ਚੀਜ਼ ਕਾਬੂ ਪਾਇਆ ਜਾ ਸਕਦਾ ਹੈ। ਅੱਜ ਤੱਕ ਜਿਹੜਾ ਕਰੋਨਾ ਵਾਇਰਸ ਦੀ ਗੱਲ ਚੱਲਦੀ ਹੈ, ਹੁਣ ਉਹ ਸਮਝ ਹੀ ਨਹੀਂ ਆ ਰਿਹਾ। ਉਹਦਾ ਜਿਹੜਾ ਰੂਪ ਹੈ ਉਹ ਤਾਂ ਕਦੇ ਬਾਹਰ ਹੀ ਨਹੀਂ ਆ ਸਕੇ ਵੀ ਉਹ ਕਹੇ ਜਾ। ਜਿਹੜੀ ਸਾਇੰਸ ਲੱਛਣ ਦਾ ਪੁਰਾਣੀਆਂ ਬਿਮਾਰੀਆਂ ਵਾਲੇ ਨੇ, ਪੁਰਾਣੀਆਂ ਬਿਮਾਰੀਆਂ ਦੇ ਲੱਛਣ, ਵੀ ਉਹਨੂੰ ਨਵਾਂ ਨਾਂ ਦਿੱਤਾ ਗਿਆ ਜਿਹੜਾ। ਉਹ ਇਹ ਗੱਲ ਅੱਜ ਤੱਕ ਉਹਦਾ ਕੋਈ ਚਿੱਤਰ ਹੈ, ਜਿਹੜਾ ਉਹਦੀ ਸ਼ੇਪ ਹੈ, ਉਹ ਬਾਹਰ ਨਹੀਂ ਸਾਹਮਣੇ ਆ ਸਕੀ। ਇਹ ਸਾਇੰਸ ਲਈ ਵੀ ਚੁਣੌਤੀ ਹੈ, ਵੀ ਰੱਬ ਦਾ ਕੋਈ ਕ੍ਰਿਸ਼ਮਾ ਕਹਿ ਲਓ, ਜੋ ਮਰਜੀ ਵੀ। ਪਰ ਇਹ ਗੱਲ ਜ਼ਰੂਰ ਹੈ ਵੀ ਇਹ 2020 ਦੇ ਨਾਲ ਐਸੀ ਜੁੜੀ ਘਟਨਾ ਹੈ ਜਿੱਥੇ ਨਿੱਕਾ ਹੀ ਲੋਕਾਂ ਦੇ ਲਈ, ਜਨਤਾ ਦੇ ਲਈ ਇਹ ਕਰੋਨਾ ਇੱਕ ਮਹਾਮਾਰੀ ਦੇ ਰੂਪ 'ਚ ਆਇਆ, ਤੇ ਉੱਥੇ ਸਰਕਾਰਾਂ ਦੇ ਲਈ ਮਤਲਬ ਫਾਇਦੇਮੰਦ ਹੋ ਗਿਆ। ਅਸਲ ਕੀ ਹੈ, ਦੇਖੋ, ਹਰ ਗੱਲ ਉਹਨਾਂ ਨੇ ਕਰੋਨਾ ਦੀ ਆੜ ਦੇ ਵਿੱਚ ਦੱਬਤੀ ਜੀ। ਲੋਕ ਅੱਗੇ ਕੋਈ ਆਪਦੀਆਂ ਸਮੱਸਿਆਵਾਂ ਪਿੱਛੇ ਲੜਦੇ ਸੀ ਜੀ। ਇਹ ਤਾਂ ਉਹ ਵੀ ਲੋਕਾਂ ਨੇ, ਇਹਨਾਂ ਨੇ ਕਹਿਤਾ ਵੀ ਕਰੋਨਾ ਹੈ, ਉਹਦੇ ਲਈ ਜਿਵੇਂ ਲੋਕਾਂ ਦੇ ਇਕੱਠੇ ਹੋਣ ਤੇ ਜਿਵੇਂ ਪਾਬੰਦੀ ਹੋ ਗਈ, ਤਾਂ ਲੜਨਗੇ ਕਿਵੇਂ ਉਹ? ਜੀ ਜੀ। ਫਿਰ ਆਏ ਮੰਨ ਲਓ ਵੀ ਘਰਾਂ ਦੇ ਵਿੱਚ ਵੀ ਇਕੱਠੇ ਰਹਿਣ ਵਾਲੀ ਹਾਲਤ ਨਾ ਰੱਖੀ ਜੀ, ਵੀ ਸੋਸ਼ਲ ਡਿਸਟੈਂਸ ਰੱਖਤਾ, ਵੀ ਦੂਰੀ ਬਣਾ ਕੇ ਰਹਿਣਾ ਹੈ ਜੀ, ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਣਾ। ਯਾਨੀ ਇੱਕ ਵੱਖਰੀ ਤਰ੍ਹਾਂ ਦਾ ਨਵਾਂ ਸੱਭਿਆਚਾਰ ਪੈਦਾ ਕਰਤਾ ਜੀ ਜੀ, ਵੀ ਜਿਹਦੇ ਨਾਲ ਇਹ ਲੰਮੇ ਸਮੇਂ ਤੱਕ ਯਾਦ ਰੱਖਿਆ ਜਾਊਗਾ। ਇਹਦੇ ਨਾਲ ਜਿਹੜਾ ਲੋਕ ਲਹਿਰਾਂ ਸੀ, ਦੇਖੋ ਇੱਥੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਜਿੱਥੇ ਕੋਸ਼ਾਂ ਦਾ ਸਾਮਰਾਜੀ ਜਿਹੜੀਆਂ ਤਾਕਤਾਂ ਸੀ, ਉਹਨਾਂ ਨੇ ਸੱਤਾਧਾਰੀ ਹਾਕਮਾਂ ਨੇ ਇਸ ਤਰ੍ਹਾਂ ਦੀਆਂ ਕੋਸ਼ਾਂ ਦਾ ਕੀਤੀਆਂ ਵੀ ਸ਼ਾਇਦ ਇਹਦਾ ਲੰਬਾ ਲਾਹਾ ਮਿਲੂਗਾ ਜੀ। ਪਰ ਮੈਂ ਇਸ ਦਾ ਜਿਹੜਾ ਸਿਰ ਹੈ ਉਹ ਪੰਜਾਬ ਤੇ ਖਾਸ ਤੌਰ ਤੇ ਕਿਸਾਨਾਂ ਨੂੰ ਜ਼ਰੂਰ ਦਿੰਦਾ ਵੀ ਜਿਨ੍ਹਾਂ ਨੇ ਕਰੋਨਾ ਦੀ ਪਰਵਾਹ ਕੀਤਿਆਂ ਬਿਨਾਂ, ਸਰਕਾਰ ਦੀ ਉਮੀਦ ਸੀ ਅਸੀਂ ਜੋ ਕਰਦੇ ਰਹਾਂਗੇ ਕਰੋਨਾ ਦੇ ਵਿੱਚ ਲੁਕ ਜੂ, ਉਹਨਾਂ ਨੇ ਕਰੋਨਾ ਦੇ ਦਿਨਾਂ ਦੇ ਵਿੱਚ ਹੀ ਇਹ ਫੈਸਲਾ ਲਿਆ, ਜਿਹੜਾ ਅੱਜ 3 ਖੇਤੀ ਕਾਨੂੰਨਾਂ ਦੀ ਗੱਲ ਚੱਲਦੀ ਹੈ, ਕਾਨੂੰਨ ਬਾਅਦ 'ਚ ਆਰਡੀਨੈਂਸ ਹੀ ਜਾਰੀ ਕਰਤਾ ਸੀ ਜੀ ਜੀ। ਇਸ ਕਰਕੇ ਜਿਹੜੀ ਵਧਾਈ ਦੇ ਪਾਤਰ ਬਣਦਾ ਉਹ ਸੱਚਮੁੱਚ ਕਿਸਾਨ ਹੀ ਹੈ। ਜਿਹੜੀ ਜੇ 2020 ਦਾ ਸਾਲ ਹੈ, ਉਹ ਕਿਸਾਨਾਂ ਦੀ ਲਹਿਰ ਦੇ ਤੌਰ 'ਤੇ ਯਾਦ ਰੱਖਿਆ ਜਾਊਗਾ, ਜਾਂ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਦੇ ਲੜਨ ਦੀ ਜਿਹੜੀ ਗੱਲ ਹੈ ਉਹ ਵੀ ਇਸੇ 2020 ਨਾਲ ਹੀ ਜੁੜ ਗਈ। ਨਹੀਂ, ਇੱਕ ਆਪਾਂ ਨੂੰ ਹੁਣ ਤੁਸੀਂ ਪਹਿਲਾਂ ਆਪਦੀ ਤੁਹਾਡੀ ਗੱਲ ਦੇ ਵਿੱਚ ਜ਼ਿਕਰ ਆਇਆਗਾ, ਤੁਸੀਂ ਇਹ ਗੱਲ ਕੀਤੀ ਆਪਣੇ ਆਪ ਹੀ ਵੀ ਜਿਹੜਾ ਕਰੋਨਾ ਦਾ ਸਰਕਾਰਾਂ ਦੇ ਲਈ ਫਿੱਟ ਬੈਠ ਗਿਆ, ਜਿਹੜਾ ਵਿਰੋਧ ਸੀਗਾ, ਜਿਹਦੇ 'ਚ ਅਸੀਂ ਪਿਛਲੇ ਦਿਨਾਂ ਦੇ ਵਿੱਚ ਕਹਿ ਸਕਦੇ ਵੀ ਸ਼ਾਹੀਨ ਬਾਗ ਦਾ ਸੀਗਾ, NRC ਦਾ ਸੀਗਾ, CAA ਦਾ ਸੀਗਾ, ਉਹ ਕੁਛ ਵੀ ਉਧਰੋਂ ਮਤਲਬ ਕਮਾਲ ਦੀ ਗੱਲ ਆ ਵੀ ਵਿੱਚ ਹੀ ਇਹਨਾਂ ਨਾਲ ਇਹ ਜਿਹੜਾ ਕਸ਼ਮੀਰ ਵਾਲਾ ਮਾਮਲਾ ਉਹਨੂੰ ਵੀ ਆਪਾਂ ਜੋੜ ਲੈਂਦੇ ਹਾਂ ਵੀ 370 ਵਾਲਾ ਵਿਰੋਧ ਸਾਰਾ ਕੁਝ ਦੱਬਿਆ ਗਿਆ। ਪਰ
ਕਰੋਨਾ ਦੀ ਆੜ ਦੇ ਵਿੱਚ ਇੰਨਾ ਕੁਝ ਦੱਬਣ ਦੇ ਬਾਅਦ ਜਿਹੜਾ ਕੁਝ ਫੇਰ ਭਾਂਬੜ ਨਿਕਲਿਆ, ਮਤਲਬ ਕਰੋਨਾ ਦੇ ਵਿੱਚੋਂ ਹੀ ਭਾਂਬੜ ਨਿਕਲਿਆ, ਜਿਵੇਂ ਲੋਕਾਂ ਲਈ ਤਾਂ ਬੇਉਮੀਦੀ ਗੱਲ ਸੀ ਜਿਹੜੀ, ਉਹ ਦੁਨੀਆ ਦਾ ਬੰਦ ਹੋ ਜਾਣਾ ਸੀ। ਹਾਂਜੀ। ਤੇ ਇਨ ਜਿਹੜੇ ਸੱਤਾਧਾਰੀ ਲੋਕ ਹੈ ਉਹਨਾਂ ਲਈ ਇਹਦੇ ਵਿੱਚੋਂ ਉੱਠ ਖੜਨਾ ਜਿਹੜਾ ਨਵੀਂ ਲਹਿਰ ਦਾ, ਇਹ ਉਹਨਾਂ ਲਈ ਬਹੁਤ ਵੱਡਾ ਝਟਕਾ। ਜਿਵੇਂ ਲੋਕਾਂ ਨੂੰ ਝਟਕਾ ਲੱਗਿਆ ਸੀ ਘਰਾਂ 'ਚ ਬੰਦ ਰਹਿਣ ਦਾ। ਤੁਸੀਂ ਗੱਲ ਕਰ ਰਹੇ ਹੋ ਵੀ ਉੱਥੇ ਦਾ ਗੱਲ ਤਾਂ ਇਸ ਤਰ੍ਹਾਂ ਦੀ ਸੀ ਵੀ ਤੁਸੀਂ ਪਰਿਵਾਰ ਦੇ ਜੀਅ ਵੀ ਕਿਤੇ ਇਕੱਠੇ ਨਾ ਹੋਵੋ, ਤੇ ਇਹਦੇ ਵਿੱਚ ਆਪਾਂ ਬਾਕੀ ਤਾਂ ਚੱਲ ਛੱਡ ਦਈਏ, ਆਪਾਂ ਜਦੋਂ ਗੱਲ ਕਰਦੇ ਹਾਂ ਹਿੰਦੁਸਤਾਨ ਦੀ ਗੱਲ ਛੱਡ ਦਈਏ, ਭਾਰਤ ਦੀ ਗੱਲ ਨੂੰ, ਤਾਂ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਤਾਂ ਸਾਰੇ ਦਾ ਸਾਰਾ ਮਤਲਬ ਇਹਦਾ ਡਿਸਟੈਂਸ ਰੱਖ ਰਹੇ ਸੀ, ਤੇ ਪੰਜਾਬ ਤਾਂ ਸਾਰੇ ਦਾ ਸਾਰਾ ਜੁੜ ਗਿਆ ਇਸ ਦੌਰਾਨ। ਇਹ ਕਿਵੇਂ ਵਾਪਰਿਆ, ਇਹ ਭਾਣਾ ਕਿਵੇਂ ਵਾਪਰ ਗਿਆ? ਅਸਲ ਤਾਂ ਲੋਕ ਨਾ ਅੱਕੇ ਹੋਏ ਸੰਧੂ ਸਾਹਿਬ ਸੀਗੇ ਹੀ ਜੀ। ਕਰੋਨਾ ਦੇ ਦੌਰਾਨ ਵੀ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ, ਲੋਕਾਂ ਦੇ ਕਾਰੋਬਾਰ ਸਾਰੇ ਠੱਪ ਕਰ ਦਿੱਤੇ ਗਏ ਜੀ, ਤੇ ਕੋਈ ਲੋਕਾਂ ਨੂੰ ਸਰਕਾਰ ਹੈ ਜਿਹੜੀ ਹਰ ਤਰ੍ਹਾਂ ਦੀ ਸਹੂਲਤ ਦੇਣ ਤੋਂ ਉਹਨੇ ਹੱਥ ਪਿੱਛੇ ਖਿੱਚ ਲਿਆ, ਜਿਹੜੀ ਲੋਕਾਂ ਨੂੰ ਰੱਬ ਦੇ ਭਰੋਸੇ ਛੱਡ ਦਿੱਤਾ ਗਿਆ ਜੀ। ਤੇ ਇਹ ਅੱਕੇ ਹੋਏ ਲੋਕਾਂ ਦਾ ਇੱਕ ਗੁੱਸਾ ਹੈ। ਲੋਕਾਂ ਨੇ ਜਿਹੜੇ ਇਹਨਾਂ ਨੇ ਕੋਸ਼ਿਸ਼ ਕੀਤੀ, ਸਰਕਾਰ ਨੇ ਤਾਂ ਕਦੇ ਹੀ ਸੀਗਾ, ਜਦੋਂ ਜਿਹੜੇ ਸੰਘਰਸ਼ ਚੱਲੇ ਨੇ ਉਦੋਂ ਕਿਹੜਾ ਸਰਕਾਰ ਨੇ ਪ੍ਰਵਾਨਗੀ ਦਿੱਤੀ? ਉਦੋਂ ਵੀ ਕੋਸ਼ਿਸ਼ਾਂ ਕੀਤੀਆਂ ਵੀ ਅਸੀਂ ਕਰੋਨਾ ਵੀ ਕੀਤੇ ਗਏ, ਪਰਚੇ ਵੀ ਪਹਿਲੇ ਦਿਨਾਂ 'ਚ ਪਰਚੇ ਵੀ ਹੋਏ ਨੇ, ਪਰ ਹੁਣ ਉਹ ਸਾਰਾ ਕੁਝ ਜਿਹੜਾ ਕਿੰਨੀ ਦੁਨੀਆ ਤੇ ਹੁੰਦੇ ਪਰਚੇ, ਜਦੋਂ ਦੁਨੀਆ ਤਾਂ ਆਪ ਮੁਹਾਰੀ ਬਾਹਰ ਨਿਕਲੀ, ਵੀ ਆਪ ਮੁਹਾਰੇ ਲੋਕ ਬਾਹਰ ਨਿਕਲੇ। ਲੋਕ ਅੱਕੇ ਹੋਏ ਸੀ, ਲੋਕਾਂ 'ਚ ਰੋਹ ਸੀ, ਉਹ ਜਿਹੜਾ ਲੋਕ ਰੋਹ ਸੀ ਉਹ ਹੁਣ ਨਤੀਜਾ ਸਾਰਿਆਂ ਦੇ ਸਾਹਮਣੇ ਆ ਗਿਆ। ਜਿਹੜਾ ਮਨਾਂ 'ਚ ਫੈਲਿਆ ਹੋਇਆ ਰੋਹ ਸੀ ਅੱਜ ਉਹ ਸੜਕਾਂ ਤੇ ਦਿਸਦਾ। ਜੀ ਜੀ। ਜੇ ਆਪਾਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਪਿਛਲਾ ਇਤਿਹਾਸ ਨੂੰ ਫਰੋਲਦੇ ਹਾਂ ਤਾਂ ਪੰਜਾਬ ਦੇ ਵਿੱਚੋਂ ਜਿੰਨੀਆਂ ਐਜੀਟੇਸ਼ਨਾਂ ਹੋਈਆਂ ਨੇਗੀਆਂ, ਤਕਰੀਬਨ ਉਹਦਾ ਅਕਾਲੀ ਦਲ ਮੋਹਰੀ ਹੁੰਦਾ ਸੀ, ਸਿੱਖ ਆਗੂ, ਸਿੱਖ ਸਿਆਸਤ ਉਹਦੀ ਅਗਵਾਈ ਕਰਦੀ ਰਹੀ ਹੈਗੀ। ਪਰ ਇੱਥੇ ਐਤਕੀ ਦਾ ਜਿਹੜਾ ਸਾਲ ਹੈ, ਐਤਕੀ ਮਤਲਬ ਜਿਹੜੀ ਸਿੱਖ ਸਿਆਸਤ ਆ ਉਹ ਕਿਤੇ ਪਿੱਛੇ ਹਾਸ਼ੀਏ 'ਤੇ ਧੱਕੀ ਗਈ ਹੈ। ਅਤੇ ਜੇ ਅਸੀਂ ਕਹਿ ਦਈਏ ਮਤਲਬ ਇਹ ਗੱਲ 'ਚ ਵੀ ਕੋਈ ਹੱਥ ਕਥਨੀ ਨਹੀਂ ਵੀ ਸਾਰੇ ਦੀ ਸਾਰੀ ਕਮਾਂਡ ਆ ਜਿਹੜੀ ਉਹ ਲਾਲ ਝੰਡਿਆਂ ਦੇ ਹੱਥ ਆ ਗਈ ਹੈਗੀ। ਇਹ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਇਹ ਹੈ, ਮੈਨੂੰ ਤਾਂ ਲੱਗਦਾ ਵੀ ਲੋਕ ਪੱਖੀ ਵਰਤਾਰਾ ਹੈ ਜੀ, ਵੀ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਲੜਾਈ ਲਈ ਹੀ ਲੋਕਾਂ ਨੂੰ ਲੜਨਾ ਚਾਹੀਦਾ। ਜਿਹੜਾ ਧਰਮ ਹੈ, ਦੇਖੋ ਮੈਂ ਕੋਈ ਕਿਸੇ ਮਰਜ਼ੀ ਧਰਮ ਨੂੰ ਮੰਨ ਸਕਦਾ, ਇਹ ਲੋਕਾਂ ਦਾ ਇੰਡੀਵਿਜੂਅਲ ਮੁੱਦਾ ਹੈ। ਵੀ ਮੈਨੂੰ ਲੱਗਦਾ ਵੀ ਧਰਮ ਤੇ ਰਾਜਨੀਤੀ, ਕਿਉਂ ਇਹ ਬਹਿਸ ਦਾ ਵਿਸ਼ਾ ਵੀ ਹੈ ਵੀ ਧਰਮ ਤੇ ਰਾਜਨੀਤੀ ਇਕੱਠੇ ਹੋਣੇ ਚਾਹੀਦੇ ਜਾਂ ਨਹੀਂ, ਪਰ ਮੈਨੂੰ ਇਹ ਲੱਗਦਾ ਜਿਹੜੇ ਲੋਕ ਹਿੱਤਾਂ ਦੀ ਗੱਲ ਹੈ ਉਹ ਕਿਸੇ ਧਾਰਮਿਕ ਗੱਲਾਂ ਦੇ ਹੇਠ ਦੱਬਣੀ ਨਹੀਂ ਚਾਹੀਦੀ। ਜੇ ਲੋਕ ਲਹਿਰ ਹੈ ਜਿਹੜੀ ਲੋਕ ਅਧਿਕਾਰਾਂ ਦੇ ਲਈ ਲੜ ਰਹੇ ਨੇ, ਉਸ ਕਰਕੇ ਸਰਕਾਰ ਦੀ ਜਿਹੜੀ ਨੀਤੀ ਸੀ, ਰਣਨੀਤੀ, ਦੇਖੋ ਸਟਾਰਟਿੰਗ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਆਪਣੇ ਬਰਨਾਲੇ ਦੇ ਵਿੱਚ ਉਹ ਇੱਕ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਇੱਥੇ 12-15 ਬੰਦਿਆਂ ਨੇ ਇਕੱਠੇ ਹੋ ਕੇ ਖਾਲਿਸਤਾਨ ਦੇ ਨਾਅਰੇ ਲਾਤੇ, ਤੇ ਜਿਹੜੇ ਨੈਸ਼ਨਲ ਚੈਨਲ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ ਹੈ, ਵੀ ਉਹ ਗੋਦੀ ਮੀਡੀਆ ਨੇ ਉਹ ਜਿਹੜੇ 15 ਬੰਦਿਆਂ ਦੀ ਗੱਲ ਸੀ ਉਹ ਤਾਂ ਪੂਰੇ ਦੇਸ਼ ਦੇ ਵਿੱਚ ਫੈਲਾਤੀ, ਤੇ ਬਾਕੀ ਜਿਹੜੇ ਹੱਕਾਂ ਅਧਿਕਾਰਾਂ ਲਈ ਲੜਦੇ ਲੱਖਾਂ ਲੋਕ ਘਰਾਂ ਤੋਂ ਬਾਹਰ ਨਿਕਲੇ ਨੇ ਉਹਨਾਂ ਦੀ ਗੱਲ ਉਹ ਅੱਜ ਤੱਕ ਨਹੀਂ ਦਿਖਾਉਣ ਨੂੰ ਤਿਆਰ। ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਹੈ ਵੀ ਇਹ ਜਿਹੜਾ ਧਰਮ, ਜਾਤ ਤੇ ਖਿੱਤਿਆਂ ਤੋਂ ਉੱਪਰ ਉੱਠ ਕੇ ਇਹ ਸੰਘਰਸ਼ ਚੱਲਿਆ, ਵੀ ਇਹ ਸਰਕਾਰਾਂ ਦੇ ਮੂੰਹ ਤੇ ਜਿਹੜੇ ਹਾਕਮ ਪਾੜੋ ਤੇ ਰਾਜ ਕਰੋ ਦੀ ਨੀਤੀ ਚੱਲਦੇ ਸੀ, ਤੁਹਾਡੇ ਕਹਿਣ ਦਾ ਭਾਵ ਉਹਨਾਂ ਦਾ ਮੂੰਹ ਬੰਦ ਕਰਤਾ। ਲੋਕਾਂ ਨੇ ਇਸ ਵਾਰ ਇਹ ਨਹੀਂ ਦੇਖਿਆ ਵੀ ਉਹ ਕਿਸ ਵਿਚਾਰਧਾਰਾ ਦੇ ਲੋਕ ਆ, ਲੋਕਾਂ ਨੇ ਇਹ ਦੇਖਿਆ ਵੀ ਜਿਹੜੇ ਲੜਨ ਵਾਲੇ ਲੋਕ ਨੇਗੇ, ਲੜਨ ਵਾਲੇ ਲੋਕ ਇਕੱਠੇ ਹੋ ਗਏ, ਉਹਨਾਂ ਉਹ ਇਕੱਠੇ ਹੋਏ ਨੇਗੇ। ਤੇ ਲੜਨ ਵਾਲੀ ਗੱਲ ਤੇ ਆਪਾਂ ਗੱਲ ਆਉਂਦੀ ਵੀ ਅਕਾਲੀ ਦਲ 20 ਤੇ ਲੜਦਾ ਰਿਹਾ। ਅਕਾਲੀ ਦਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਇੱਕ ਵੱਡੀ ਪਾਰਟੀ ਹੈਗੀ, ਸਿਆਸੀ ਪਾਰਟੀ ਹੈ। ਪੰਜਾਬ ਦੇ ਅਕਾਲੀ ਦਲ ਨੂੰ ਕਦੇ ਅੱਡ ਕਰਕੇ ਨਹੀਂ ਦੇਖਿਆ ਜਾ ਸਕਦਾ ਹੈ ਪਿਛਲੇ ਸਮੇਂ ਦੌਰਾਨ ਤਾਂ, ਪਰ ਹੁਣ ਅੱਡ ਹੋ ਗਿਆ, ਹੁਣ ਅੱਡ ਹੋ ਗਿਆ, ਪਹਿਲਾਂ ਨਹੀਂ ਸੀ ਦੇਖਿਆ ਜਾ ਸਕਦਾ। ਮੈਨੂੰ ਤਾਂ ਇੱਕ ਨਾ ਚੰਗਾ ਪੱਖ ਲੱਗਦਾ ਹੈ ਵੀ ਲੋਕਾਂ ਨੂੰ ਇੱਕ ਸਮਝ ਆ ਗਈ ਜੀ। ਅੱਗੇ ਲੋਕ ਜਿਹੜੀਆਂ ਲੜਾਈਆਂ, ਜਿਵੇਂ ਅਕਾਲੀ ਦਲ ਨੇ ਲੜਾਈਆਂ ਲੜਦੇ, ਉਹ ਜੇ ਕੋਈ ਮੋਰਚਾ ਸ਼ੁਰੂ ਵੀ ਕਰਦਾ ਤਾਂ ਉਹ ਅਕਾਲ ਤਖਤ ਵੱਲ ਨੂੰ ਚਲਿਆ ਜਾਂਦਾ ਸੀ। ਯਾਨੀ ਸਟਾਰਟਿੰਗ ਕਰਨੀ ਹੈ ਜਿਹੜੀ ਉਹਨਾਂ ਨੇ ਉੱਥੋਂ ਕਰਨੀ ਹੈ, ਉੱਥੇ ਹੀ ਉਹ ਧਰਮ ਦਾ ਇੱਕ ਮੋਢੋ ਵੱਜ ਜਾਂਦਾ ਸੀ, ਭਾਵੇਂ ਗੱਲ ਤਾਂ ਸਾਰੇ ਲੋਕਾਂ ਦੇ ਹਿੱਤਾਂ ਦੀ ਹੁੰਦੀ ਸੀ, ਚਾਹੇ ਉਹ ਵੱਧ ਅਧਿਕਾਰਾਂ ਦੀ ਮੰਗ ਲਈ ਲੜੇ। ਅਬ ਜੇ ਅਨੰਦਪੁਰ ਸਾਹਿਬ ਦੇ ਮਤੇ ਦੀ ਵੀ ਗੱਲ ਕਰਦੇ ਆ ਤਾਂ ਉਹ ਗੱਲ ਤਾਂ ਆਹ ਸਮੱਸਿਆਵਾਂ ਪੈਦਾ ਹੀ ਨਾ ਹੁੰਦੀਆਂ ਹੈਨਾ, ਪਰ ਉਹਦੇ ਤੇ ਇੱਕ ਗੱਲ ਟੈਗ ਲੱਗਦਾ ਰਿਹਾ ਵੀ ਇਹ ਹੈ ਵੀ ਜਦੋਂ ਵੀ ਉਹਨਾਂ ਨੇ ਗੱਲ ਸ਼ੁਰੂ ਕੀਤੀ ਤਾਂ ਉਹਨਾਂ ਨੇ ਨਾਲ ਧਰਮ ਨੂੰ ਜੋੜ ਕੇ ਕੀਤੀ। ਪਰ ਹੁਣ ਲੋਕਾਂ ਨੇ ਆਪ ਮੁਹਾਰੇ, ਭਾਵੇਂ ਦੇਖੋ ਇੱਕ ਸਮਾਂ ਇਹੋ ਜਿਹਾ ਵੀ ਰਿਹਾ ਵੀ ਖਿੱਤਿਆਂ ਦੇ ਤੌਰ ਤੇ ਹਰਿਆਣਾ ਦਾ ਜਿਹੜਾ ਟਕਰਾਓ ਰਿਹਾ, ਪਰ ਅੱਜ ਨਵੀਂ ਗੱਲ ਸਾਹਮਣੇ ਆਈ ਹੈ ਵੀ ਹਰਿਆਣਾ ਦੇ ਲੋਕ ਨੇ ਜਿਹੜੇ ਉਹ ਪੰਜਾਬੀਆਂ ਨੂੰ ਵੱਡਾ ਭਾਈ ਕਹਿ ਕੇ ਸੰਬੋਧਨ ਲੱਗੇ ਕਰਨ। ਬਿਲਕੁਲ, ਹਾਂਜੀ, ਉਹਨਾਂ ਨੂੰ ਇਹ ਲੱਗਦਾ ਹੈ ਜਾਨੀ ਇਹ ਐਡਮਿਟ ਕਰ ਲੈਣਾ ਵੀ ਇਸ ਗੱਲ ਨੂੰ ਦੇਖੋ ਮੈਂ ਕੋਈ ਖਰਾਬ ਤਾਂ ਨਹੀਂ ਸਮਝਦਾ ਵੀ ਪੰਜਾਬੀਆਂ ਦੀ ਇੱਕ ਸ਼ਾਨ ਹੀ ਹੈ ਵੀ ਜਿਹੜਾ ਉਹਨਾਂ ਨੇ ਮੰਨ ਲੈਣਾ। ਜਿਵੇਂ ਅਗਲਾ ਕਹਿੰਦਾ ਕਿਸੇ ਬੰਦੇ ਨੂੰ ਖੜੇ ਨੂੰ ਬਣਾਤਾ, ਇਹ ਕੋਈ ਧੱਕੇ ਨਾਲ ਵੀ ਨਹੀਂ ਹੈ, ਇਹ ਕੋਈ ਧੱਕੇ ਨਾਲ ਨਹੀਂ, ਸਹਿਮਤੀ ਨਾਲ ਉਹਨਾਂ ਨੇ ਮੰਨ ਲਿਆ ਵੀ ਅਗਵਾਈ ਜਿਹੜੇ ਕਰ ਰਹੇ ਨੇ ਵੱਡੀ ਧਿਰ ਹੈ, ਉਹਨਾਂ ਨੇ ਉਹਨੂੰ ਵੱਡਾ ਮੰਨ ਲਿਆ। ਧੱਕਾ ਹੀ ਨਾ, ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੀਆਂ। ਆਹ ਗੱਲ ਤਾਂ ਮਤਲਬ ਉਹ ਤੋਂ ਉਲਟ ਗੱਲ ਹੋਣੀ ਇੱਕ
ਹੈ ਨਾ, ਗੱਲਾਂ ਤਾਂ ਹੋ ਰਹੀਆਂ ਸੀ ਵੀ ਅਸੀਂ ਸਾਰੇ ਨੂੰ ਹਿੰਦੂ ਰਾਸ਼ਟਰ ਬਣਾ ਰਹੇ ਹਾਂਗੇ, ਅਤੇ ਗੱਲ ਹਰਿਆਣੇ ਵਾਲਿਆਂ ਨੇ ਮਤਲਬ ਪੰਜਾਬ ਦੀ ਅਗਵਾਈ ਕਬੂਲ ਲੈਣੀ ਛੱਡ ਕੇ। ਇਹ ਵਾਕਈ ਇਹ ਜਿਹੜਾ ਇੱਕ ਬਹੁਤ ਨਾ ਸੋਚਣ ਵਾਲੀ ਗੱਲ ਆ, ਨਾ ਸਮਝ ਆਉਣ ਵਾਲੀ ਗੱਲ ਆ ਇਹ ਵੀ ਕਿ ਵਰਤਾਰਾ ਵਾਪਰਿਆ ਕਿਵੇਂ ਹੈਗਾ। ਸੰਧੂ ਸਾਹਿਬ ਇੱਕ ਗੱਲ ਮੈਂ ਹੋਰ ਵੀ ਇੱਥੇ ਐਡ ਕਰਨੀ ਚਾਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਸੀ ਵੀ ਹੁਣ ਜਿਹੜੀ ਅਗਵਾਈ ਹੈ ਉਹ ਲਾਲ ਝੰਡਿਆਂ ਵਾਲਿਆਂ ਦੇ ਹੱਥਾਂ 'ਚ ਆ ਗਈ। ਹੁਣ ਉਹ ਇਕੱਲੇ ਲਾਲ ਝੰਡਿਆਂ ਦੇ ਹਰੇ ਝੰਡੇ ਵੀ ਨੇ, ਯਾਨੀ ਮੈਨੂੰ ਲੱਗਦਾ ਜਿਵੇਂ ਕੋਈ ਗੁਲਦਸਤੇ ਦੀ ਗੱਲ ਹੁੰਦੀ ਸੀ ਨਾ, ਜਿਵੇਂ ਕਹਿੰਦੇ ਕਦੇ ਵੀ ਇੱਕ ਰੰਗ ਦੇ ਜਿਹੜੇ ਫੁੱਲ ਹੁੰਦੇ ਨੇ ਉਹ ਗੁਲਦਸਤਾ ਨਹੀਂ ਕਹਿੰਦੇ। ਜਦੋਂ ਹੁਣ ਸ਼ੁਰੂ ਹੋਈ ਗੱਲ ਹੈ ਉਹਦੇ 'ਚ ਨਾ ਤਾਂ ਕਿਸੇ ਨੇ ਦੇਖੋ ਇਹ ਦੇਖਿਆ ਵੀ ਕੋਈ ਸਿੱਖ ਹੈ, ਨਾ ਕਿਸੇ ਨੇ ਦੇਖਿਆ ਜੇ ਹਰਿਆਣੇ ਵਾਲੇ ਨੇ ਉਹ ਹਿੰਦੂ ਨੇ, ਭਾਵੇਂ ਉਹ ਕਿਸਾਨ ਨੇ ਪਰ ਉਹ ਹਿੰਦੂ ਲਿਬਾਸ ਦੇ ਵਿੱਚ ਉਸ ਤਰ੍ਹਾਂ ਦੇ ਨੇ, ਠੀਕ ਹੈ। ਤੇ ਉਸੇ ਤਰ੍ਹਾਂ ਮਜ਼ਦੂਰਾਂ ਦਾ ਲਾ ਲਓ, ਯਾਨੀ ਕਿ ਇਸ ਤਰ੍ਹਾਂ ਦਾ ਇਕੱਠ ਵੱਜ ਗਿਆ ਜਿਹੜਾ ਹਕੂਮਤ ਨੇ ਕਦੇ ਸੁਪਨੇ 'ਚ ਸੋਚਿਆ ਨਹੀਂ ਹੋਣਾ। ਤੇ ਮੈਨੂੰ ਤਾਂ ਲੱਗਦਾ ਰਾਜਸੀ ਪੰਡਤ ਨੇ ਕਦੇ ਇਹਨਾਂ ਨੇ ਵੀ ਨਹੀਂ ਸੋਚਿਆ ਹੋਣਾ। ਬਿਲਕੁਲ ਇਹਨਾਂ ਦੇ ਵਿੱਚੋਂ ਜਿਹੜੀ ਹੁਣ ਗੱਲ ਨਵੀਂ ਨਿਕਲਣ ਦੀ ਗੱਲ ਹੈ, ਜੇ ਦੇਖੋ ਅਕਾਲੀ ਦਲ ਜਿਹੜਾ ਹਮੇਸ਼ਾ ਸਿਰਮੌਰ ਜਥੇਬੰਦੀ ਦੇ ਤੌਰ ਤੇ ਰਿਹਾ, ਹੱਕਾਂ ਅਧਿਕਾਰਾਂ ਲਈ ਲੋਕਾਂ ਦੇ ਲੜਦਾ ਰਿਹਾ, ਠੀਕ ਹੈ, ਉਹਨਾਂ ਨੇ ਧਰਮ ਦਾ ਚੋਲਾ ਪਾ ਕੇ ਲੜੇ ਉਹ, ਤੇ ਪਰ ਇੱਕ ਗੱਲ ਹੁਣ ਜ਼ਰੂਰ ਹੈ ਵੀ ਇਹਦਾ ਲੋਕਾਂ ਨੂੰ ਸਮਝ ਆਉਣ ਦਾ ਕਾਰਨ ਹੀ ਹੈ ਵੀ ਜਿਹਦੇ ਕਰਕੇ ਅੱਜ ਲੋਕਾਂ ਨੇ ਬਿਨਾਂ ਕਿਸੇ ਧਰਮ ਤੋਂ ਉਹ ਇੱਕ ਝੰਡੇ ਥੱਲੇ ਆ ਕੇ ਲੜਾਈ ਸ਼ੁਰੂ ਕਰਤੀ ਤੇ ਹਕੂਮਤ ਦੀ ਜਿਹੜੀ ਨੀਂਦ ਹੈ ਉਹ ਆਰਾਮ ਕਰਤੀ। ਦੂਜੀ ਗੱਲ ਇਹ ਵੀ ਹੈ ਨਾ ਵੀ ਜੇ ਅਸੀਂ ਦੇਖਦੇ ਹਾਂ ਤਾਂ ਇਸ ਸੰਘਰਸ਼ ਦੀ ਵੀ ਅਕਾਲੀ ਦਲ ਚਾਹੇ ਹਾਸ਼ੀਏ 'ਤੇ ਚਲਿਆ ਗਿਆ ਪਰ ਇਸ ਸੰਘਰਸ਼ ਦੀ ਜੇ ਰੀੜ੍ਹ ਦੀ ਹੱਡੀ ਕਿਹਾ ਜਾਵੇ ਉਹ ਅੱਜ ਵੀ ਸਿੱਖੀ ਹੈ। ਉੱਥੇ ਮਤਲਬ ਜਿਹੜਾ ਲੰਗਰ ਦਾ ਕਨਸੈਪਟ ਹੈ ਉਹ ਸਿੱਖੀ ਦਾ ਹੀ ਚੱਲ ਰਿਹਾ ਨਾ। ਦੇਖੋ ਜਿਹੜੀ ਸਿੱਖੀ ਹੈ ਜੀ ਅਸਲ ਦੇ ਵਿੱਚ ਠੀਕ ਹੈ ਵੀ ਇਕੱਲਾ ਉਹਨੂੰ ਆਪਾਂ ਕਿਸੇ ਲਿਬਾਸ ਤੋਂ ਪੱਖ ਤੋਂ ਨਾ ਦੇਖੀਏ, ਬਿਲਕੁਲ ਉਹਦਾ ਸਮੁੱਚੀ ਮਾਨਵਤਾ ਦੀ ਗੱਲ ਹੈ ਜਿਹੜੀ ਉਹ ਸਿੱਖੀ 'ਚ ਹੀ ਹੈ ਨਾ। ਜਿਹੜੀ ਰਵਾਇਤਾਂ ਸਿੱਖੀ ਵੱਲੋਂ ਸ਼ੁਰੂ ਕੀਤੀਆਂ ਗਈਆਂ, ਸਿੱਖ ਧਰਮ ਵੱਲੋਂ ਜਿਹੜੀਆਂ ਰਵਾਇਤਾਂ ਨੇ ਉਹ ਹੈ ਤਾਂ ਉਹ ਇਨਸਾਨੀਅਤ ਦੇ ਸਮੁੱਚੀ ਦੇ ਲਈ ਨੇ। ਜਿਹਨੇ ਇਹਦੇ ਵਿੱਚ ਜੇ ਐ ਮੰਨੀਏ ਵੀ ਧਰਮ ਦੀ ਸਿੱਧੀ ਤੌਰ ਤੇ ਚਾਹੇ ਗੱਲ ਨਹੀਂ ਕੀਤੀ ਜਾਂਦੀ, ਪਰ ਜਦੋਂ ਧਰਮ ਦੀ ਜਿਹੜਾ ਲੰਗਰ ਦੀ ਜਿਵੇਂ ਪ੍ਰਥਾ ਹੈ ਉਹ ਬਾਹਰਲੇ ਲੋਕ ਦੇਖਦੇ ਨੇ ਤਾਂ ਉਹਨਾਂ ਨੂੰ ਇਹ ਵੀ ਲੱਗਦਾ ਵੀ ਇੱਕ ਜਿਹੜਾ ਚਿਹਰਾ ਸੀ ਪੰਜਾਬ, ਜਾਣੀ ਇਹ ਮੰਨ ਲਓ ਵੀ ਸਿੱਖਾਂ ਦੇ ਕਰਕੇ ਚਾਹੇ ਬਣਾਉਂਦੇ ਸੀ ਪਰ ਉਹ ਚਿਹਰਾ ਤਾਂ ਸਾਰੇ ਪੰਜਾਬੀਆਂ ਦਾ ਹੀ ਮਾੜਾ ਬਣਦਾ ਸੀ ਜਿਹੜੇ ਲੋਕ ਪੰਜਾਬੀ ਸੀ। ਪਰ ਹੁਣ ਜਿਵੇਂ ਦਿੱਲੀ ਵਾਲੇ ਲੋਕ ਉੱਥੇ ਤਾਂ ਮੇਲੇ ਦੀ ਤਰ੍ਹਾਂ ਜਦੋਂ ਦੇਖਦੇ ਨੇ ਆ ਕੇ, ਉਹਨਾਂ ਨੂੰ ਐਂ ਮੰਨ ਲਓ ਵੀ ਇੱਕ ਪੰਜਾਬੀਆਂ ਦਾ ਇੱਕ ਨਵਾਂ ਚਿਹਰਾ ਹੈ, ਜਿਹੜਾ ਨਵਾਂ ਰੂਪ ਹੈ ਉਹ ਲੋਕਾਂ ਦੇ ਸਾਹਮਣੇ ਤੇ ਪੂਰੀ ਦੁਨੀਆ ਦੇ ਸਾਹਮਣੇ ਆਇਆ। ਵੀ ਇਹ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸਾਲ 2020 ਹੈ ਇਹਨੇ ਪੰਜਾਬੀਆਂ ਦਾ ਇੱਕ ਨਵਾਂ ਰੂਪ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਤੇ ਰਿਜ਼ਲਟ ਵੀ ਸਾਹਮਣੇ ਇਸ ਗੱਲ ਦੇ ਆਉਣੇ ਹੀ ਨੇ। ਇਹਦੇ ਚੋਂ ਮੈਨੂੰ ਤਾਂ ਲੱਗਦਾ ਜਿਵੇਂ ਦੇਖੋ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਵੀ ਹਾਸ਼ੀਏ ਤੇ ਹੈ, ਹੁਣ ਕੱਲੀ ਇਹ ਜਿਹੜੀ ਹੱਕਾਂ ਤੇ ਅਧਿਕਾਰਾਂ ਦੀ ਲੜਾਈ ਉਹ ਇੱਥੇ ਖਤਮ ਹੋਣ ਵਾਲੀ ਨਹੀਂ ਜੀ। ਮੇਰਾ ਮੰਨਣਾ ਹੈ ਵੀ ਇਹ ਕਾਨੂੰਨਾਂ ਦਾ ਕੀ ਬਣਦਾ ਹੈ, ਠੀਕ ਹੈ, ਕਾਨੂੰਨ ਨੂੰ ਅੱਜ ਨਹੀਂ ਕੱਲ ਭਲ ਕੇ ਇਹਨਾਂ ਨੇ ਰੱਦ ਤਾਂ ਕਰਨਾ ਹੀ ਪੈਣਾ, ਸਰਕਾਰਾਂ ਨੂੰ ਝੁਕਣਾ ਹੀ ਪੈਂਦਾ ਆਇਆ ਹਮੇਸ਼ਾ ਜੀ, ਠੀਕ ਹੈ। ਜੋ ਲੋਕਾਂ ਦੀ ਲੋਕ ਰੋਹ ਪੈਦਾ ਹੁੰਦਾ ਸੜਕਾਂ ਤੇ ਆਉਂਦਾ, ਸਰਕਾਰਾਂ ਝੁਕਦੀਆਂ ਨੇ, ਇਹ ਠੀਕ ਹੈ ਵੀ ਥੋੜੇ ਕਿਤੇ ਝੁਕਣ ਦੀ ਸਰਕਾਰਾਂ ਦੀ ਰਵਾਇਤ ਕਦੇ ਹੀ ਨਹੀਂ ਰਹੀ ਸ਼ੁਰੂ ਤੋਂ ਹੀ। ਹੁਣ ਇਹਦੇ 'ਚ ਮੈਨੂੰ ਲੱਗਦਾ ਵੀ ਇੱਕ ਰਾਜਨੀਤਿਕ ਜਿਹੜਾ ਨਵਾਂ ਵਿਚਾਰ ਹੈ ਉਹ ਵੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਹੋ ਗਈਆਂ ਵੀ ਉਹ ਦੇਸ਼ ਪੱਧਰ 'ਤੇ ਹੋ ਗਈਆਂ। ਲੋਕਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਵੀ ਯਾਰ ਕਿਰਤੀ ਲੋਕ ਨੇ ਜਿਹੜੇ, ਭਾਵੇਂ ਉਹ ਮਜ਼ਦੂਰ ਨੇ ਭਾਵੇਂ ਉਹ ਕਿਸਾਨ ਨੇ, ਵੀ ਯਾਰ ਉਹ ਇੱਕ ਮੰਚ 'ਤੇ ਆ ਜਾਣ ਜੇ ਤਾਂ ਸਰਕਾਰਾਂ ਤਾਂ ਹਿਲਾ ਦਿੰਦੇ ਨੇ ਉਹ। ਕਈ ਵੀ ਤਾਂ ਗੱਲ ਹੋਈ ਨਾ ਨਿੱਕਾ ਜੀ, ਜਿਹੜਾ ਮਤਲਬ ਨੈਰੇਟਿਵ ਇਹਨਾਂ ਨੇ ਸਿਰਜਿਆ ਹੋਇਆ ਸੀਗਾ ਨਰਿੰਦਰ ਮੋਦੀ ਦਾ, ਲੋਕਾਂ ਨੂੰ ਦਿਖਾ ਰਹੇ ਸੀਗੇ ਵੀ ਇਹ ਮਤਲਬ ਨਾ ਝੁਕਣ ਵਾਲਾ ਨਾ, ਕਿਉਂਕਿ ਕਿੰਨਾ ਕੁਛ ਕਰ ਗਿਆ ਉਦੋਂ ਪਹਿਲਾਂ, ਮਤਲਬ ਚੱਲਿਆ ਗੁਜਰਾਤ ਤੋਂ, ਗੁਜਰਾਤ ਦੇ ਵਿੱਚ ਵੀ ਇਹੋ ਜਿਹੀ ਮਤਲਬ ਤਾਨਾਸ਼ਾਹੀ ਵਾਲੀ ਸਰਕਾਰ ਰਹੀ ਹੈਗੀ ਹੁਣ ਤੱਕ। ਜਦੋਂ ਗੁਜਰਾਤ ਦੇ ਲੋਕ ਜਿਹੜੇ ਕਿਸਾਨ ਉੱਥੇ ਆਏ ਮਿਲਦੇ ਨੇਗੇ ਮੋਰਚੇ ਦੇ ਵਿੱਚ, ਉਹਨਾਂ ਨਾਲ ਜਦੋਂ ਗੱਲਾਂ ਬਾਤਾਂ ਕਰਦੇ ਉਹ ਦੱਸਦੇ ਆ ਵੀ ਉੱਥੋਂ ਕਿਹੋ ਜਿਹਾ ਹਾਲਾਤ ਨੇ, ਉੱਥੋਂ ਦੇ ਕਿਹੋ ਜਿਹੀ ਸਰਕਾਰ ਰਹੀ ਹੈ ਉੱਥੇ। ਚਾਹੇ ਉਹਨੂੰ ਅਸੀਂ ਗੁਜਰਾਤ ਮਾਡਲ ਦੀ ਗੱਲ ਕਰਕੇ ਆਏ ਸੀ। ਗੁਜਰਾਤ ਮਾਡਲ ਦਾ ਮਤਲਬ ਕਹਿਣਾ ਇਹ ਨਹੀਂ ਸੀ ਕਿ ਗੁਜਰਾਤ ਦੇ ਵਿੱਚ, ਹੁਣ ਉਹਦੀ ਮੈਨੂੰ ਵੀ ਸਮਝ ਆਈ ਹੈ ਵੀ ਗੁਜਰਾਤ ਦੇ ਵਿੱਚ ਇਹ ਨਹੀਂ ਸੀ ਦਿਖਾਉਂਦੇ ਵੀ ਕਿਸੇ ਕੋਈ ਉੱਥੇ ਵਿਕਾਸ ਕੀਤਾ, ਉਹ ਕਹਿੰਦੇ ਜਿਵੇਂ ਗੁਜਰਾਤ 'ਚ ਕੁੱਟ ਕੇ ਅਸੀਂ ਰਾਜ ਕਰ ਰਹੇ ਹਾਂ ਉਵੇਂ ਜਿਵੇਂ ਉਹੀ ਮਾਡਲ ਅਸੀਂ ਦੇਸ਼ ਦੇ ਵਿੱਚ ਅਪਣਾਉਣਾ। ਮਤਲਬ ਗੁਜਰਾਤ ਮਾਡਲ ਦਾ ਮਤਲਬ ਇਹ ਸੀ ਕੁੱਟ ਕੇ ਰਾਜ ਕਰਨਾ। ਉਹ ਜਿਹੜਾ ਇੱਕ ਨੈਰੇਟਿਵ ਸਿਰਜਾ ਸੀਗਾ ਮਤਲਬ ਉਹ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਮਤਲਬ ਇਸ ਤਰ੍ਹਾਂ ਦਾ ਹੋ ਗਿਆ ਸੀ। ਪੂਰਾ ਹਿੰਦੁਸਤਾਨ ਹੀ ਇਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਮੀਡੀਆ ਨੇ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਸੀ, ਕਿਉਂਕਿ ਮੀਡੀਆ ਸਾਰਾ ਜਿਹਨੂੰ ਅਸੀਂ ਗੋਦੀ ਮੀਡੀਆ ਕਹਿਣ ਲੱਗ ਗਏ ਅੱਜ। ਪਹਿਲਾਂ ਚਲੋ ਲੁਕਵੇਂ ਰੂਪ ਸੀ, ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਉਹਨੂੰ, ਜੇ ਕੋਈ ਨਰਿੰਦਰ ਮੋਦੀ ਦੇ ਖਿਲਾਫ ਬੋਲਦਾ ਸੀ ਉਹਨੂੰ ਰਾਸ਼ਟਰ ਵਿਰੋਧੀ, ਉਹਨੂੰ ਦੇਸ਼ ਵਿਰੋਧੀ ਜਾਂ ਉਹਨੂੰ ਹਿੰਦੂ ਵਿਰੋਧੀ ਕਰਕੇ ਮਤਲਬ ਪੇਸ਼ ਕੀਤਾ ਜਾ ਰਿਹਾ ਸੀਗਾ। ਪਰ ਉਹਦਾ ਜਿਹੜੀ ਉਹ ਦਿੱਖ ਸੀਗੀ ਉਹ ਵੀ ਤੇ 2020 ਦੇ ਵਿੱਚ ਆ ਕੇ ਪੰਜਾਬੀਆਂ ਨੇ ਤੋੜੀ ਹੈ। ਸੰਧੂ ਸਾਹਿਬ ਇੱਕ ਕਹਿੰਦੇ ਨੇ ਵੀ ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ। ਜਿਹੜੀ ਮੋਦੀ ਸਾਹਿਬ ਨੂੰ ਪੰਜਾਬ ਦੇ ਲੋਕਾਂ ਨੇ ਇਹ ਦੱਸਤਾ ਵੀ ਭਾਵੇਂ ਗੁਜਰਾਤ 'ਚ ਤੂੰ ਜੋ ਮਰਜ਼ੀ ਕਰ ਲਿਆ, ਜੰਮੂ ਕਸ਼ਮੀਰ ਦੇ ਵਿੱਚ ਜੋ ਮਰਜ਼ੀ ਕਰ ਲਿਆ, ਹੋਰ ਜਿੱਥੇ ਜੋ ਮਰਜ਼ੀ ਕਰ ਲਿਆ, ਵੀ ਇਹ ਜਿਹੜੀ ਮਿੱਟੀ ਹੈ ਇਹ ਕੁੱਟਿਆਂ ਤੋਂ ਭੁਰਨ ਵਾਲੀ ਨਹੀਂ ਹੈ ਜੀ। ਜਿਹੜੀ ਬਥੇਰੀ ਦਬਕੇ ਤਾਂ ਬਥੇਰੇ ਮਾਰੇ ਜੀ, ਪਰ ਜਿਹੜੇ ਪੰਜਾਬੀ ਨੂੰ ਦਬਣ ਵਾਲੀ ਹਾਲਤ ਦੇ ਵਿੱਚ ਹੈ ਨਹੀਂ ਸੀ ਜੀ। ਇਹ ਮਤਲਬ ਮੋਦੀ ਸਾਹਿਬ ਨੂੰ ਇਹ ਇਤਿਹਾਸ ਤੋਂ ਵਾਕਫ ਨਹੀਂ ਸੀ।
ਭਾਵੇਂ ਉਹ ਜਿਹੋ ਜਿਹਾ ਟੁੱਟਿਆ ਫੁੱਟਾ ਮਾੜਾ ਮੋਟਾ ਜਾਣਦੇ ਨੇ ਇਤਿਹਾਸ, ਉਹਦੇ ਬਾਰੇ ਜ਼ਿਕਰ ਕਰਦੇ ਨੇ, ਤੇ ਪਰ ਅਸਲ ਦੇ ਵਿੱਚ ਜੇ ਉਹ ਇਤਿਹਾਸ ਤੋਂ ਜਾਣੂ ਹੁੰਦੇ ਤਾਂ ਮੈਨੂੰ ਲੱਗਦਾ ਵੀ ਉਹ ਇਸ ਤਰ੍ਹਾਂ ਦਾ ਇਹ ਨਹੀਂ ਪੈ ਗਿਆ ਸੀ ਨਿੱਕਾ ਜੀ। ਮੈਨੂੰ ਲੱਗਦਾ ਵੀ ਕਿਉਂਕਿ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਉਹ ਸਾਰੀ ਕੋਈ ਗੋਡਿਆਂ 'ਚ ਜਾ ਡਿੱਗੀ ਸੀ, ਉਹਦੇ ਸਾਰੇ ਬਕਾਊ ਸੀ। ਉਹਨੂੰ ਲੱਗਦਾ ਸੀ ਵੀ ਸ਼ਾਇਦ ਸਾਰਾ ਪੰਜਾਬ ਹੀ ਡਿੱਗ ਗਿਆ ਮੇਰੇ ਗੋਡਿਆਂ 'ਚ। ਨਹੀਂ, ਉਹਦੇ ਮਨ ਦੇ ਵਿੱਚ ਭੁਲੇਖਾ ਹੋਣਾ ਨਾ। ਨਹੀਂ, ਲੋਕਾਂ ਨੇ ਕੱਢਤਾ। ਦੇਖੋ ਸਾਡੀ ਲੀਡਰਸ਼ਿਪ ਨੇ ਮਤਲਬ ਇਸ ਤਰ੍ਹਾਂ ਬਿਨਾਂ ਸ਼ਰਤਾਂ ਤੋਂ ਸਾਰੀ ਲੀਡਰਸ਼ਿਪ ਪੰਜਾਬ ਦੀ ਮਤਲਬ ਇਦੋਂ ਐਜੀਟੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਤਲਬ ਅਸੀਂ ਆਪ ਜਿਹੜੀਆਂ ਰਿਪੋਰਟਾਂ ਤਿਆਰ ਕਰਦੇ ਰਹੇ ਉਹਦੇ ਵਿੱਚ ਇਹ ਸੀਗਾ ਵੀ ਇਸ ਵੇਲੇ ਸਾਰੀਆਂ ਧਿਰਾਂ ਚਾਹੁੰਦੀਆਂ ਨੇ, ਜਿਹਦੇ ਵਿੱਚ ਮਤਲਬ ਢੀਂਡਸੇ ਹੋਣੀ ਸੀਗੇ ਅਕਾਲੀ ਦਲ ਤੋਂ ਅੱਡ ਹੋਏ, ਇਹ ਕਹਿੰਦੇ ਵੀ ਸਾਡੀ ਛੇਤੀ ਉਦੋਂ ਹੋ ਜੇ। ਇਹੀ ਗੱਲ ਕਹੀ ਜਾਂਦੀ ਸੀਗੀ ਵੀ ਇਹਨਾਂ ਦੇ ਸਿਰ ਤੇ ਵੀ ਬੀਜੇਪੀ ਦਾ ਹੱਥ ਹੋਊਗਾ। ਉੱਧਰੋਂ ਜਿਹੜਾ ਮਤਲਬ ਖਹਿਰਾ ਜਾਂ ਬੈਂਸ ਹੋਣੀ ਸੀ, ਬੈਂਸ ਤਾਂ ਉਹਨਾਂ ਨਾਲ ਇੱਕ ਵਾਰ ਉਹਨਾਂ ਦੇ ਹੱਕ ਦੇ ਵਿੱਚ ਵੋਟਿੰਗ ਵੀ ਕਰਿਆ ਸੀ, ਹੈ ਨਾ। ਇਹ ਤਰ੍ਹਾਂ ਲੱਗਦਾ ਵੀ ਪੰਜਾਬ ਦੇ ਵਿੱਚ ਜਿੰਨੀ ਲੀਡਰਸ਼ਿਪ ਆ ਜਿਹੜੀ ਅਸੀਂ ਕਹਿੰਦੇ ਵੀ ਇਹਨਾਂ ਤੋਂ ਅਲੱਗ ਹੈਗੀ, ਮਤਲਬ ਬਾਦਲ ਕਿਆਂ ਤੋਂ ਅਲੱਗ ਹੈਗੀ। ਬਾਦਲ ਕੇ ਵਿਰੋਧੀ ਲੀਡਰਸ਼ਿਪ ਆ, ਬਾਦਲ ਕੇ ਤਾਂ ਗੱਠਜੋੜ ਕਰੀ ਬੈਠੇ, ਜਿਹੜੀ ਵਿਰੋਧੀ ਆ ਉਹ ਇਦੋਂ ਵੀ ਕਾਹਲੇ ਹੋਏ ਸੀਗੇ ਵੀ ਅਸੀਂ ਛੇਤੀ ਜਾ ਕੇ ਕਿਸੇ ਤਰੀਕੇ ਨਾਲ ਉਹਨਾਂ ਦੇ ਪੈਰਾਂ 'ਚ ਜਾ ਡਿੱਗੀਏ। ਸੋ ਇਹ ਜਿਹੜਾ ਇਸ ਤਰ੍ਹਾਂ ਦਾ ਪ੍ਰਭਾਵ ਸਿਰਜਿਆ ਸੀ, ਇਸੇ ਨੂੰ ਦੇਖਦੇ ਹੀ ਲੱਗਦਾ ਹੋਣਾ ਵੀ ਸਾਰੇ ਪੰਜਾਬ ਹੀ ਇਸ ਤਰ੍ਹਾਂ ਦਾ ਗਾ। ਦੇਖੋ, ਉਹ ਤਾਂ ਲੋਕਾਂ ਨੇ ਜਿਹੜਾ ਭਰਮ ਹੈ ਨਾ, ਉਹ ਸਰਕਾਰ ਦਾ, ਇਸ ਤਰ੍ਹਾਂ ਦੇ ਭਰਮ ਤਾਂ ਸਰਕਾਰਾਂ ਆਮ ਹੀ ਪਾਲਦੀਆਂ ਨੇ। ਉਹਨਾਂ ਨੂੰ ਇਹ ਵੀ ਜਿਹੜੇ ਸਾਡੇ ਕੋਲੇ, ਮੈਂ ਤਾਂ ਉਹਨੂੰ ਸ਼ਬਦ ਵਰਤਦਾ, ਰੁੱਖਾ ਸ਼ਬਦ ਆ ਮੇਰਾ, ਵੀ ਟੁਕੜ ਬੋਝ ਕਿਸਮ ਕਹਿ ਦਿੰਦੇ ਨੇ। ਹਾਂ, ਬਿਲਕੁਲ। ਵੀ ਉਹ ਟੁਕੜਿਆਂ ਤੇ ਪਾਲਣ ਵਾਲੇ ਲੋਕ ਹੁੰਦੇ ਨੇ, ਉਹ ਹਰ ਕੌਮ ਦੇ ਵਿੱਚੋਂ ਨਿਕਲੇ ਆਉਂਦੇ ਨੇ। ਜੇ ਕੋਈ ਉਹਨਾਂ ਟੁਕੜ ਬੋਝ ਜਿਹੜੇ ਲੀਡਰ ਹੋਣ, ਉਹਨਾਂ ਦੇ ਆਧਾਰ ਤੇ ਸਰਕਾਰਾਂ ਫੈਸਲੇ ਲੈਣ ਲੱਗ ਜਾਣ ਤੇ ਸਮੁੱਚੀ ਕੌਮ ਨੂੰ ਜਾਂ ਸਮੁੱਚੇ ਕਿਸੇ ਖਿੱਤੇ ਨੂੰ ਇਹ ਮੰਨ ਲੈਣ ਵੀ ਇਹ ਉਹੇ ਤਰ੍ਹਾਂ ਹੀ ਝੁਕ ਜਾਣਗੇ, ਇਹ ਉਹਨਾਂ ਦਾ ਭਰਮ ਸੀ ਤੇ ਉਹ ਭਰਮ ਲੋਕਾਂ ਨੇ ਤੋੜ ਵੀ ਦਿੱਤਾ। ਬਿਲਕੁਲ, ਹਾਂ ਜੀ। ਉਹ ਭਰਮ ਜਿਹੜਾ ਤੋੜਿਆ, ਮੈਨੂੰ ਲੱਗਦਾ ਮੋਦੀ ਸਾਹਿਬ ਤਾਂ ਅਜੇ ਤੱਕ ਉਹ ਝਟਕੇ 'ਚੋਂ ਬਾਹਰ ਨਹੀਂ ਆ ਸਕੇ। ਜਿਹੜੇ ਮਨ ਦੀ ਬਾਤ ਕਰਦੇ ਸੀ, ਆ ਹੁਣ ਮਨ ਕੀ ਬਾਤ ਦੇ ਵਿੱਚ ਉਹਨਾਂ ਕਿਸਾਨਾਂ ਦਾ ਦੇਖੋ ਐਡਾ ਇਸ਼ੂ ਹੈ, ਪੂਰੀ ਦੁਨੀਆ ਭਰ ਦੇ ਵਿੱਚ ਇਹ ਗੱਲ ਕਹੀ ਹੈ, ਤੇ ਉਹ ਮਨ ਕੀ ਬਾਤ ਉਹਦੇ ਵਿੱਚ ਆਇਆ ਹੀ ਨਹੀਂ, ਮਨ 'ਚ ਖਿਆਲ ਹੀ ਨਹੀਂ ਆਇਆ ਇਹ। ਜਿਹੜੀ ਗੱਲ ਕੀ ਹੈ, ਮੈਨੂੰ ਤਾਂ ਲੱਗਦਾ ਬਿਜਲੀ ਦਾ ਝਟਕਾ ਲੱਗਦਾ ਨਾ ਮੋਦੀ ਸਾਹਿਬ ਨੂੰ, ਇਹੋ ਜਿਹਾ ਝਟਕਾ ਇੱਥੋਂ ਦੇ ਕਿਸਾਨਾਂ ਨੇ, ਜਿਹੜਾ ਦੇਸ਼ ਦੇ ਕਿਸਾਨ ਹੀ ਕਹਿ ਸਕਦੇ ਆ, ਇਹ ਦੀ ਅਗਵਾਈ ਹੈ ਜਿਹੜੀ ਜ਼ੋਰ ਕਾ ਝਟਕਾ ਧੀਰੇ ਸੇ ਲਗੇ, ਝਟਕਾ ਧੀਰੇ ਸੇ ਲਗੇ, ਇਹ ਹਾਲਤ ਮਤਲਬ ਬਣੀ ਹੈ। ਠੀਕ ਹੈ ਜੀ ਗੱਲ। ਇਹ ਕੀ ਮਤਲਬ ਤੁਸੀਂ ਇਹਦੇ ਵਿੱਚ ਆਪਾਂ ਕੀ ਆਸ ਕਰਦੇ ਹਾਂ ਵੀ ਮਤਲਬ ਜਿਹੜਾ ਹੁਣ ਇਹ ਤਾਂ ਗੱਲ ਕਰੀਏ ਆਪਾਂ 2020 ਦੀ, 2021 ਦੇ ਵਿੱਚ ਜਿਹੜੀ ਪੰਜਾਬ ਦੀ ਸਿਆਸਤ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਉਣ ਦਾ ਸੋਚ ਰਹੇ ਹੋ ਤੁਸੀਂ ਵੀ ਕਿਸ ਤਰ੍ਹਾਂ ਦਾ ਬਦਲਾਅ ਹੋ ਸਕਦਾ ਜਿਹੜਾ 2021 ਦੇ ਵਿੱਚ, ਮਤਲਬ ਕਿਸ ਤਰ੍ਹਾਂ ਦੇ ਹਾਲਾਤ, ਪੰਜਾਬ ਦੇ ਸਿਆਸੀ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ? ਦੇਖੋ, ਜਿਹੜੇ ਪੰਜਾਬ ਦੇ ਸੰਧੂ ਸਾਹਿਬ ਸਿਆਸੀ ਹਾਲਾਤ ਨੇ, ਇੱਕ ਗੱਲ ਤਾਂ ਇਹ ਅੰਦੋਲਨ ਨੇ ਇਹ ਕਰਤੀ, ਅੱਗੇ ਕੋਈ ਸਿਆਸੀ ਪਾਰਟੀਆਂ ਨੇ ਜਿਹੜਾ ਕਿਸੇ ਅੰਦੋਲਨ ਦੀ ਅਗਵਾਈ ਕਰਦੀਆਂ ਸੀ। ਐਤਕੀ ਹਾਲਤ ਇਹ ਹੈ, ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵਿਰੋਧ ਕਰਨ ਦੀ ਹਿੰਮਤ ਵੀ ਨਹੀਂ ਰੱਖਦੀਆਂ। ਅਗਵਾਈ ਤਾਂ ਦੇਖੋ ਉਹਨਾਂ ਦੇ ਹੱਥ ਹੈ ਨਹੀਂ, ਅਗਵਾਈ ਤਾਂ ਅੱਜ ਲੋਕਾਂ ਦੇ ਹੱਥ ਹੀ ਹੈ। ਜੇ ਆਪਾਂ ਕਿਸਾਨ ਲੀਡਰ ਕਹੀਏ, ਲੋਕ ਤਾਂ ਕਿਸਾਨ ਲੀਡਰਾਂ ਤੋਂ ਵੀ ਬਾਗੀ ਹੋਏ ਪਏ ਨੇ। ਜਾਣੀ ਐ ਮੰਨ ਲਓ ਵੀ ਹੁਣ ਜਿਹੜੀ ਅਗਵਾਈ ਹੈ ਉਹ ਤਾਂ ਲੋਕਾਂ ਦੇ ਆਪਦੇ ਹੱਥ ਹੀ ਆ ਗਈ। ਲੋਕਾਂ ਦਾ ਏਕਾ ਦੇਖ ਕੇ, ਜਿਵੇਂ ਕਹਿੰਦੇ ਲੋਹੇ ਦੀ ਭਾਈਆਂ ਦਾ ਇਕੱਠ, ਲੋਹੇ ਦੀ ਲੱਠ, ਵੀ ਜਿਹੜਾ ਲੋਕਾਂ ਦਾ ਏਕਾ ਦੇਖ ਕੇ ਅੱਜ ਰਾਜਨੀਤਿਕ ਵੱਖ-ਵੱਖ ਵਿਚਾਰਧਾਰਾ ਦੀਆਂ ਜਿਹੜੀਆਂ ਪਾਰਟੀਆਂ ਸੀ, ਉਹਨਾਂ ਨੂੰ ਇਸ ਅੰਦੋਲਨ ਦੇ ਮੁੱਦੇ ਤੇ ਸਾਰਿਆਂ ਨੂੰ ਉਹਨਾਂ ਨਾਲ ਸਹਿਮਤੀ ਦੇਣੀ ਪੈ ਰਹੀ ਹੈ। ਕਿਸੇ ਦੀ ਹਿੰਮਤ ਹੀ ਨਹੀਂ ਪੈ ਰਹੀ ਵੀ ਉਹ ਅਲੱਗ ਤੌਰ ਤੇ ਕੁਛ ਗੱਲ ਕਰਨ। ਜਿਹੜੀ ਉਹਨਾਂ ਦੇ ਇਕੱਠਾਂ 'ਚ ਲੋਕ ਜਾਣੇ ਬੰਦ ਹੋ ਗਏ। ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ 2021 ਸਾਲ ਸ਼ੁਰੂ ਹੋਣਾ ਹੈ, ਵੀ ਜਿਹੜੀ ਉਹਦੀ ਨੀਂਹ ਹੈ ਉਹ ਤਾਂ ਦਸੰਬਰ ਦੇ ਵਿੱਚ ਲਾ ਲਓ, ਨਵੰਬਰ ਦੇ ਵਿੱਚ ਧਰੀ ਗਈ। ਵੀ ਜਿਵੇਂ ਨਾ ਉਸਲ ਬੱਟੇ ਲੈਣ ਲੱਗ ਜਾਂਦੇ ਆ, ਜਿਹੜੀ ਰਾਜਨੀਤੀ ਹੈ ਪੰਜਾਬ ਦੀ ਉਹ ਇਸ ਤਰ੍ਹਾਂ ਦੇ ਉਸਲ ਬੱਟੇ ਲੈ ਰਹੀ ਸੀ। ਹੁਣ ਤਾਂ ਲੋਕਾਂ ਨੂੰ, ਜਿਵੇਂ ਆਪਾਂ ਨਵੇਂ ਸਾਲ ਨੂੰ 2021 ਨੂੰ ਜਿਹੜਾ ਖੁਸ਼ਾਮਦੀਦ ਕਹਿੰਦੇ ਆ, ਇਸ ਤਰ੍ਹਾਂ ਮੈਨੂੰ ਲੱਗਦਾ ਜਿਹੜੀ ਨਵੀਂ ਰਾਜਨੀਤੀ ਇਹਦੇ ਵਿੱਚੋਂ ਨਿਕਲਣੀ ਹੈ, ਉਹਨੂੰ ਖੁਸ਼ਾਮਦੀਦ ਆਪਾਂ ਨੂੰ ਕਹਿਣਾ ਹੀ ਬਣਦਾ, ਤੇ ਉਹ ਹੈ 101% ਉਹ ਨਿਕਲਣੀ ਹੈ। ਜੀ ਜੀ ਜੀ, ਬਿਲਕੁਲ ਬਿਲਕੁਲ। ਹਾਂ ਜੀ, ਇਹਦੇ ਵਿੱਚ ਇੱਕ ਹੋਰ ਜਿਹੜੀ ਗੱਲ ਆ, ਮੈਂ ਕਈ ਵਾਰ ਇਹ ਵੀ ਡਿਸਕਸ਼ਨ ਕੀਤੀ ਹੈਗੀ, ਮਤਲਬ ਉੱਥੇ ਜਿਹੜੀ ਰਾਜਨੀਤੀ ਆਪਾਂ ਉੱਥੇ ਦੇਖਦੇ ਹਾਂ, ਜਿਹੜੀ ਇਸ ਚੱਲ ਰਹੇ ਅੰਦੋਲਨ ਦੇ ਵਿੱਚ ਦੇਖਦੇ ਆਂਗੇ ਐਜ ਏ ਪੱਤਰਕਾਰ, ਉੱਥੇ ਵੀ ਮੈਨੂੰ ਦੋ ਧਿਰਾਂ ਖੜੀਆਂ ਲੱਗਦੀਆਂ ਨੇਗੀਆਂ। ਉਹਦੇ ਵਿੱਚ ਵੀ ਇੱਕ ਆਪੋਜੀਸ਼ਨ ਖੜੀ ਰੱਖਦੀ ਆ, ਜਿਹੜਾ ਦੀਪ ਸਿੱਧੂ ਹੈ ਜਾਂ ਲੱਖਾ ਸਿਧਾਣਾ ਗਾ, ਉਹ ਉੱਥੇ ਆਪੋਜੀਸ਼ਨ ਦਾ ਰੋਲ ਨਿਭਾਉਂਦੇ ਦਿਸ ਰਹੇ ਆ ਸਾਨੂੰ। ਕਿਉਂਕਿ ਜਦੋਂ ਕਿਤੇ ਨਾ ਕਿਤੇ ਕੋਈ ਥੋੜ੍ਹੀ ਬਹੁਤੀ ਥੜਕਣ ਦੀ ਗੱਲ ਹੁੰਦੀ ਹੈ, ਉਹ ਉੱਥੇ ਫੇਰ ਰੌਲਾ ਪਾਉਂਦੇ ਨੇ, ਉਹ ਗੱਲ ਫੇਰ ਮੋੜ ਕੇ ਉੱਥੇ ਲੈ ਆਉਂਦੇ ਨੇਗੇ, ਚੂੜੀ ਕੱਸ ਦਿੰਦੇ ਨੇ। ਹਾਂ, ਉਹ ਚੂੜੀ ਕੱਸ ਦਿੰਦੇ ਨੇ। ਮਤਲਬ ਉੱਥੇ ਦੋਨੇ ਤਰ੍ਹਾਂ ਦੀ ਰਾਜਨੀਤੀ ਹੈ ਜਿਹੜੀ ਉਹਦੇ ਵਿੱਚ ਹੀ ਪਨਪਦੀ ਨਜ਼ਰ ਆ ਰਹੀ ਹੈ ਸਾਨੂੰ। ਉਹਦੇ ਵਿੱਚ ਸਾਨੂੰ ਆਉਣ ਵਾਲਾ ਭਵਿੱਖ ਵੀ ਦਿਖ ਰਿਹਾ ਤੇ ਆਪੋਜੀਸ਼ਨ ਵੀ ਵਿੱਚ ਹੀ ਦਿਸ ਰਹੀ ਹੈ ਉਹਦੇ। ਦੇਖੋ, ਇਹ ਠੀਕ ਹੈ ਵੀ ਪਹਿਲੀ ਗੱਲ ਤਾਂ ਦੇਖੋ, ਇੱਕ ਮੁੱਦੇ ਤੇ ਸਾਰਿਆਂ ਦਾ ਇਕੱਠੇ ਹੋ ਜਾਣਾ ਜੀ, ਇਹੀ ਸ਼ੁਭ ਸੰਕੇਤ ਹੈ ਜਨਤਾ ਲਈ, ਲੋਕਾਂ ਲਈ ਇਹ ਸ਼ੁਭ ਸੰਕੇਤ ਹੈ। ਨਹੀਂ, ਵੱਖ-ਵੱਖ ਪਾਰਟੀਆਂ ਜਿਹੜੀਆਂ ਉਹ ਕਹਿੰਦੇ ਆਪਣੀ ਆਪਣੀ ਡਫਲੀ ਤੇ ਆਪਣਾ ਆਪਣਾ ਰਾਗ ਉਹ ਛੇੜਦੀਆਂ ਸੀ। ਐਤਕੀ ਹਾਲਤ ਇਹ ਹੈ ਵੀ ਇਸ ਮੁੱਦੇ ਤੇ ਜਿਹੜੀਆਂ ਪਾਰਟੀਆਂ ਦਾ ਵੱਖੋ ਵੱਖਰਾ ਆਪਣਾ ਰਾਗ ਸੀ ਉਹ ਬੰਦ ਹੋ ਗਿਆ। ਜੀ ਜੀ।
ਤੇ ਹੁਣ ਤਾਂ ਚਾਹੇ ਠੀਕ ਹੈ ਤੁਹਾਡੀ ਗੱਲ ਵੀ ਆਪੋਜੀਸ਼ਨ ਦੇ ਤੌਰ ਤੇ ਕੁਝ ਬੰਦੇ ਇਹ ਗੱਲ ਕਰਦੇ ਨੇ, ਪਰ ਮੈਨੂੰ ਲੱਗਦਾ ਜੇ ਆਪੋਜੀਸ਼ਨ ਦੀ ਹਾਲਤ ਥੋੜੀ ਬਹੁਤ ਰਹਿਣੀ ਵੀ ਚਾਹੀਦੀ ਹੈ। ਰਹਿਣੀ ਵੀ ਚਾਹੀਦੀ ਹੈ, ਵਧੀਆ ਸੰਕੇਤ ਆ ਉਹ। ਜੇ ਆਪੋਜੀਸ਼ਨ ਦੇ ਤੌਰ ਤੇ ਉਹ ਸਟਰੋਂਗ ਰਹਿਣਗੇ ਹਾਂਜੀ ਤੇ ਫਿਰ ਲੀਡਰਾਂ ਨੂੰ ਮਾੜਾ ਹੀ ਕਰਨ ਨਹੀਂ ਦੇਣਗੇ। ਹਾਂ ਬਿਲਕੁਲ ਜੀ ਬਿਲਕੁਲ। ਜਿੱਥੇ ਲਹਿਰ ਇੱਧਰ ਉੱਧਰ ਸੰਘਰਸ਼ ਮਾੜਾ ਮੋਟਾ ਇੱਧਰ ਉੱਧਰ ਹੁੰਦਾ ਤਾਂ ਉਹਨੂੰ ਫੇਰ ਲੀਹ ਤੇ ਲਿਆਉਣ ਦੇ ਲਈ ਇਸ ਤਰ੍ਹਾਂ ਦਾ ਵੀ ਵਿੱਚ ਉਹਦੇ ਜ਼ਰੂਰੀ ਸੀਗਾ। ਦੇਖੋ ਜੇ ਕਿਤੇ ਇਸ ਤਰ੍ਹਾਂ ਦੀ ਜਿਹੜੇ ਵਿਚਾਰਧਾਰਾ ਵਾਲੇ ਲੋਕ ਆ, ਮੈਂ ਜਿਵੇਂ ਦੀਪ ਸਿੱਧੂ ਦੀ ਗੱਲ ਕਰਦੇ ਹਾਂ ਆਪਾਂ, ਲੱਖਾ ਸਿਧਾਣੇ ਦੀ ਗੱਲ ਕਰਦੇ ਹਾਂ, ਹਾਂਜੀ ਹਾਂਜੀ, ਤਾਂ ਉੱਥੇ ਮੈਂ ਨਾਲ ਇਹ ਵੀ ਸਮਝਦਾ ਵੀ ਜਿਹੜਾ ਇਸ ਤਰ੍ਹਾਂ ਦੇ ਲੋਕ ਇਕੱਲੇ ਨਹੀਂ ਹੈ, ਉਹ ਆਪ ਉਹਨਾਂ ਦੀ ਵਿਚਾਰਧਾਰਾ ਦੇ ਲੋਕ ਵੀ ਵਿੱਚ ਸ਼ਾਮਲ ਨੇ। ਬਿਲਕੁਲ, ਤਾਂ ਹੀ ਤਾਂ ਹੈ ਲੋਕ ਸੁਣਦੇ ਉਹਨਾਂ ਦੀ ਗੱਲ। ਉਹ ਵਿਅਕਤੀਗਤ ਪੱਧਰ ਤੇ ਨਹੀਂ ਹੈ, ਉਹ ਨਹੀਂ ਤਾਂ ਫਿਰ ਕੌਣ ਸੁਣੇ। ਉਹ ਇੱਕ ਇਹੋ ਜਿਹੇ ਵਿਚਾਰਧਾਰਾ ਦੀ ਉਹਨਾਂ ਦੀ ਨੁਮਾਇੰਦਗੀ ਕਰਦੇ ਨੇ ਉਹ। ਬਿਲਕੁਲ ਹਾਂਜੀ। ਜਿਹੜੇ ਲੋਕ ਇੱਕ ਤਰ੍ਹਾਂ ਦੀ ਐ ਮੰਨ ਲਓ ਵੀ ਜਿਹੜੀ ਰਵਾਇਤੀ ਲੀਡਰਸ਼ਿਪ ਹੈ, ਚਾਹੇ ਉਹ ਰਾਜਨੀਤਿਕ ਪਾਰਟੀਆਂ ਦੀ ਹੋਵੇ, ਚਾਹੇ ਉਹ ਕਿਸਾਨ ਜਥੇਬੰਦੀਆਂ ਦੀ ਹੋਵੇ, ਉਹਨਾਂ ਦੀ ਜਿਹੜੀ ਰਵਾਇਤੀ ਲੀਡਰਸ਼ਿਪ ਹੈ ਉਹਨੂੰ ਉਹ ਥੋੜਾ ਜਿਵੇਂ ਆਪਾਂ ਕਹਿੰਦੇ ਇੱਕ ਠੋਲਾ ਮਾਰ ਕੇ ਕਹਿੰਦੇ ਬਾਜ ਅੱਖ ਰੱਖਦੇ ਉਹਨਾਂ ਤੇ, ਉਹ ਬਾਜ ਅੱਖ ਰੱਖਦੇ ਜਦੋਂ ਮਾੜਾ ਮੋਟਾ ਥਿੜਕਣ ਦੀ ਗੱਲ ਚੱਲਦੀ ਹੈ। ਤੇ ਮੈਂ ਇੱਕ ਹੋਰ ਵੀ ਗੱਲ ਇੱਥੇ ਐਡ ਕਰਦਾ ਵੀ ਜੇ ਮੰਨ ਲਓ ਕਿਤੇ ਇਹ ਜੀ ਅੱਖ ਨਾ ਰੱਖੀ ਹੁੰਦੀ ਤੇ ਅੱਜ ਨੂੰ ਅੰਦੋਲਨ ਖਤਮ ਵੀ ਹੋ ਗਿਆ ਹੁੰਦਾ। ਬਿਲਕੁਲ ਹਾਂ, ਇਹ ਬਹੁਤ ਵੱਡੀ ਗੱਲ ਹੈ। ਲੱਗਦਾ ਵੀ ਅੰਦੋਲਨ ਖਤਮ ਹੋ ਜਾਣਾ ਸੀ। ਇਹ ਤਾਂ ਜਿਹੜੀ ਲੋਕਾਂ ਦੀ ਐ ਮੰਨ ਲਓ ਲੋਕਾਂ ਦੀ ਨੁਮਾਇੰਦਗੀ ਜਿਹੜਾ ਦੀਪ ਸਿੱਧੂ ਹੈ ਉਹ ਵੀ ਤੇ ਲੱਖਾ ਸਿਧਾਣਾ ਵੀ ਕਰਦੇ ਨੇ, ਉਹ ਲੋਕਾਂ ਦੀ ਬਾਜ਼ ਅੱਖ ਰਹਿਣ ਕਰਕੇ। ਡਾਕਟਰ ਸੁਖਪ੍ਰੀਤ ਉਦੋਕੇ ਨੇ ਉਹ ਵੀ ਇਸ ਤਰ੍ਹਾਂ ਜਿਹੜੀ ਲੋਕਾਂ ਦੀ ਇੱਕ ਬਾਜ਼ ਅੱਖ ਹੈ ਸੰਘਰਸ਼ ਤੇ। ਅੱਗੇ ਲੋਕ ਸੀ ਦੇਖੋ ਇਕੱਲੇ ਲੀਡਰ ਦੀ ਗੱਲ ਮੰਨ ਲੈਂਦੇ ਸੀ, ਜੀ ਜੀ। ਹੁਣ ਲੋਕ ਇਹ ਚੰਗੀ ਤਰ੍ਹਾਂ ਸਮਝਦੇ ਨੇ ਕੀ ਹਿੱਤ 'ਚ ਹੈ ਕੀ ਨਹੀਂ। ਹੁਣ ਉੱਥੋਂ ਜੇ ਕਿਸਾਨ ਧਿਰਾਂ ਕੋਈ ਸਮਝੌਤਾ ਕਰਕੇ ਆਉਣ ਦੀ ਕੋਸ਼ਿਸ਼ ਵੀ ਕਰਨ, ਜੇ ਮੰਨ ਲਓ ਵੀ ਜਿਵੇਂ ਅੱਜ ਤੋਂ ਪਹਿਲਾਂ ਕਈ ਮੌਕਿਆਂ ਤੇ ਇਹੋ ਜਿਹੇ ਹੁੰਦੇ ਰਹੇ ਨੇ ਵੀ ਉਹ ਕਿਸੇ ਨਾ ਕਿਸੇ ਦੁਆ ਦੇ ਵਿੱਚ ਆ ਕੇ, ਕਿਸੇ ਲਾਲਚ ਦੇ ਵਿੱਚ ਆ ਕੇ ਉਹ ਕੰਪਰੋਮਾਈਜ਼ ਕਰਦੇ ਰਹੇ ਨੇ। ਤੇ ਉਸ ਹਾਲਤ ਦੇ ਵਿੱਚ ਮੈਨੂੰ ਲੱਗਦਾ ਵੀ ਹੁਣ ਕਿਸਾਨ ਧਿਰਾਂ ਨੇ ਵੀ ਇਹ ਸੌਖਾ ਨਹੀਂ ਰਿਹਾ ਜਿਹੜੀ ਅਗਵਾਈ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਆਉਣਾ ਤਾਂ ਲੋਕਾਂ 'ਚ ਹੀ ਹੈ। ਹੁਣ ਗੱਲ ਲੋਕ ਇਸ ਗੱਲ ਤੇ ਅਵੇਅਰ ਹੋ ਗਏ, ਉਹਨਾਂ ਨੂੰ ਐ ਲੱਗਦਾ ਜਦੋਂ ਅਸੀਂ ਚੱਲੇ ਤਾਂ ਦਿੱਲੀ ਵੱਲ ਇਸ ਗੱਲ ਲਈ ਸੀ ਵੀ ਅਸੀਂ ਬਿੱਲ ਰੱਦ ਕਰਾ ਕੇ ਮੁੜਾਂਗੇ। ਹੁਣ ਜੇ ਜਿਹੜੇ ਬਿੱਲ ਰੱਦ ਕਰਾਏ ਤੋਂ ਬਿਨਾਂ ਮੁੜਦੇ ਨੇ, ਫਿਰ ਮੈਨੂੰ ਨਹੀਂ ਲੱਗਦਾ ਕਿਸੇ ਨੇ ਬਾਰਡਰ ਇੱਧਰ ਨੂੰ ਟੱਪਣ ਨਹੀਂ ਦੇਣਾ। ਬਿਲਕੁਲ ਹਾਂਜੀ। ਸੋ ਦੋਸਤੋ, ਨਿੱਕਾ ਜੀ ਨੇ ਬਾਖੂਬੀ ਅੱਜ ਦੀ ਜਿਹੜੀ ਚਰਚਾ ਇਹਦੇ ਵਿੱਚ ਆਪਾਂ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਆਪਣੇ ਨਾਲ ਕਿ ਕਿਸ ਤਰ੍ਹਾਂ ਦਾ ਜਿਹੜਾ ਇਹ ਸਾਲ ਰਿਹਾ ਔਰ ਕੀ ਮੋਟੇ ਤੌਰ ਤੇ, ਕਿਉਂਕਿ ਸਮਾਂ ਥੋੜ੍ਹਾ ਹੁੰਦਾ, ਬਹੁਤੀ ਚਰਚਾ ਤਾਂ ਨਹੀਂ ਕੀਤੀ ਜਾ ਸਕਦੀ, ਮੋਟੇ ਤੌਰ ਤੇ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਨੇਗੀਆਂ ਉਹ ਇਹ ਹੈ ਵੀ ਇੱਕ ਤਾਂ ਮਤਲਬ ਸਰਕਾਰਾਂ ਨੇ ਮਾਨਾਈ ਕਰਨ ਦੀ ਕੋਸ਼ਿਸ਼ ਕੀਤੀ ਕਰੋਨਾ ਕਰਕੇ, ਤੇ ਕਰੋਨਾ ਕਰਕੇ ਵੀ ਇਹ ਸਾਲ ਆ ਜਿਹੜਾ ਯਾਦ ਰਹੂਗਾ। ਪਰ ਉਹਦੇ ਨਾਲ ਇਹ ਹੈ ਵੀ ਸਰਕਾਰਾਂ ਨੂੰ ਵੀ ਪਤਾ ਨਹੀਂ ਲੱਗਿਆ ਵੀ ਕਰੋਨਾ ਦੇ ਅੰਦਰ ਹੀ ਉਹਦਾ ਡਿਸਟੈਂਸ ਪੈਦਾ ਕਰਦੇ ਸੀ ਤੇ ਲੋਕਾਂ ਦੇ ਵਿੱਚ ਜਿਹੜਾ ਏਕਾ ਕਦੋਂ ਪਨਪਿਆ, ਕਦੋਂ ਲੋਕ ਇਕਜੁੱਟ ਹੋ ਕੇ ਝੰਡੇ ਲੈ ਕੇ ਖੜੇ ਹੋ ਗਏ। ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਪੰਜਾਬ ਦੀ ਅਗਵਾਈ ਹੈ ਜਿਹੜੀ ਉਹ ਪੂਰੇ ਦੇਸ਼ ਨੇ ਕਬੂਲੀ ਹੈਗੀ, ਪੂਰੇ ਦੇਸ਼ ਦੀ ਕਿਸਾਨੀ ਨੇ ਕਬੂਲੀ ਹੈ। ਇਹ ਸਾਨੂੰ ਬਹੁਤ ਵੱਡਾ ਤੋਹਫਾ ਹੈਗਾ। ਸੋ ਇਹਦੇ ਨਾਲ ਅਸੀਂ 2021 ਦੀ ਆਮਦ ਦੀ ਜਦੋਂ ਖੁਸ਼ਾਮਦੀਦ ਕਹਿੰਦੇ ਹਾਂ ਤਾਂ ਉਹਦੇ ਨਾਲ ਅਸੀਂ ਪੰਜਾਬ ਦੇ ਵਿੱਚ, ਖਾਸ ਕਰਕੇ ਦੇਸ਼ ਦੇ ਵਿੱਚ, ਜਾਣੀ ਕਿ ਖਾਸ ਕਰਕੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ। ਵੈਸੇ ਦੇਸ਼ ਦੀ ਗੱਲ ਕਰੀਏ ਤਾਂ ਦੇਸ਼ ਦੇ ਵਿੱਚ ਤਾਂ ਅਜੇ ਟਾਈਮ ਲੱਗੂਗਾ, ਪਰ ਪੰਜਾਬ ਦੇ ਵਿੱਚ ਇਹ ਗੱਲ ਹੋ ਚੁੱਕੀ ਹੈ ਵੀ ਅਸੀਂ ਨਵੀਂ ਇੱਕ ਰਾਜਨੀਤੀ ਨੂੰ ਵੀ ਖੁਸ਼ਾਮਦੀਦ ਆਖਦੇ ਹਾਂ। 2021 ਦੇ ਨਾਲ ਪੰਜਾਬ ਦੀ ਨਵੀਂ ਜਿਹੜੀ ਕੋਈ ਲੀਡਰਸ਼ਿਪ ਉੱਭਰੂਗੀ ਉਹਦੇ ਲਈ ਵੀ ਖੁਸ਼ਾਮਦੀਦ ਹੈ, ਕਿਉਂਕਿ ਲੀਡਰਸ਼ਿਪ ਹੈ ਜਿਹੜੀ ਇਹ 2021 ਦੇ ਵਿੱਚ ਜ਼ਰੂਰ ਉੱਭਰ ਕੇ ਸਾਡੇ ਸਾਹਮਣੇ ਆ ਜਾਣੀ ਹੈ। ਨੀਂਹ ਹੈ ਉਹਦੀ ਜਿਹੜੀ ਰੱਖੀ ਗਈ ਹੈ। ਸੋ ਨਵੀਂ ਲੀਡਰਸ਼ਿਪ ਨੂੰ ਵੀ 2021 ਦੇ ਨਾਲ ਖੁਸ਼ਾਮਦੀਦ। ਸਾਨੂੰ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ।